ਉਹ ਜਿਹੜੇ ਬੱਲਬ ਨੇ ਜਿਨ੍ਹਾਂ ਦੇ ਵਿੱਚ ਕਰੰਟ ਚੱਲ ਰਿਹਾ ਉਹ ਬੱਚਿਆਂ ਦੇ ਮੂੰਹ ਦੇ ਵਿੱਚ ਤੁੰਨੇ ਜਾਂਦੇ ਆ ਕਿ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਹੈਪੀ ਜੀ ਪਰਿਵਾਰ ਆਪ ਹੀ ਸ਼ਾਮਲ ਹੈ। ਭੂਆ ਜੀ ਦੇ ਔਲਾਦ ਨਹੀਂ ਹੋ ਰਹੀ ਤਾਂ ਇਹ ਸਾਜ਼ਿਸ਼ ਘੜੀ ਜਾਂਦੀ ਹੈ ਕਿ 2 ਬੱਚਿਆਂ ਦੀ ਬਲੀ ਦਿੱਤੀ ਜਾਵੇ। ਇਹਨਾਂ ਦੀ ਦਾਦੀ ਨਿਰਮਲ ਕੌਰ ਉਹ ਸ਼ਾਮਲ ਹੁੰਦੀ ਹੈ। ਇਹਨਾਂ ਬੱਚਿਆਂ ਦੀ ਜਿਹੜੀ ਮਾਂ ਸੀਗੀ ਰਣਦੀਪ ਕੌਰ, ਉਹਨੇ ਪਤਾ ਨਹੀਂ ਕਿਵੇਂ ਹਾਮੀ ਭਰਤੀ, ਪਤਾ ਨਹੀਂ ਕਿਹੜੇ ਦਬਾਅ ਕਰਕੇ ਉਹਨੇ ਹਾਮੀ ਭਰਤੀ। ਇਹਨਾਂ ਬੱਚਿਆਂ ਦਾ ਕਰਮ ਕਾਂਡ ਕਰਦੇ ਹੋਏ ਇਹਨਾਂ ਦੀ ਬਲੀ ਲਈ ਗਈ ਹੈ। ਇਹ ਮਾਸੂਮ ਧੱਕੇ ਚੜੇ ਨੇ। ਇਹ ਜਿਹੜਾ ਤਾਂਤਰਿਕ ਲਖਵਿੰਦਰ ਸਿੰਘ ਹੈ ਤੇ ਜੋ ਤਾਂਤਰਿਕ ਇਹਨਾਂ ਦੇ ਘਰੇ ਆਇਆ ਹੋਏਗਾ, ਬੱਚੇ ਕਿੰਨੇ ਖੁਸ਼ ਹੋਣਗੇ ਕਿ ਅੱਜ ਸਾਡਾ ਸਾਰਾ ਪਰਿਵਾਰ ਇਕੱਠਾ ਹੋਇਆ। ਕਲਪਨਾ ਤੋਂ ਬਾਹਰ ਹੈ। ਤੁਸੀਂ ਵੀ ਸੋਚ ਕੇ ਵੇਖੋ ਕਿ ਮਾਸੂਮਾਂ ਨਾਲ ਗੁਜ਼ਰਿਆ ਕੀ ਹੋਏਗਾ ਜਦੋਂ ਕਰੰਟ ਉਹਨਾਂ ਬੱਚਿਆਂ ਦੇ ਉੱਤੇ ਲਾਇਆ ਹੋਇਆ। ਦਾ ਇੰਪੈਕਟ ਵਿਦ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹੈਪੀ ਭਗਤਾ। ਇੱਕ ਬੋਲੀ ਸੁਣੀ ਸੀਗੀ ਮੈਂ ਜਗਸੀਰ ਜੀਦਾ ਹੋਣਾ ਜੀ ਕਿ ਸਾਡੇ ਸਾਇੰਸਦਾਨਾਂ ਦੀ ਕੋਠੀ ਤੇ ਉੱਤੇ ਲਾਇਆ ਨਜ਼ਰ ਬੱਟੂ ਲੱਗੇ ਨੇ। ਅਸੀਂ ਵਿਗਿਆਨ ਦੇ ਯੁੱਗ 'ਚ ਵਿਚਰ ਰਹੇ ਹਾਂ, ਪਰ ਅੱਜ ਵੀ ਘਰਾਂ ਜਦੋਂ ਘਰ ਪਾਉਣੇ ਆ ਜਾਂ ਕੋਠੀ ਪਾਉਣੇ ਆ ਤਾਂ ਨਜ਼ਰ ਬੱਟੂ ਜ਼ਰੂਰ ਲਾਉਣੇ ਆ ਕਿ ਸਾਡੇ ਘਰ ਨੂੰ ਜਾਂ ਸਾਡੇ ਪਰਿਵਾਰ ਨੂੰ ਕੋਈ ਨਜ਼ਰ ਨਾ ਲੱਗ ਜਾਵੇ। ਪਰ 2017 ਦਾ ਤੁਸੀਂ ਕੇਸ ਸੁਣਿਆ ਹੋਣਾਗਾ ਕਿ ਇੱਕ ਪੂਰੇ ਪਰਿਵਾਰ ਨੂੰ ਨਜ਼ਰ ਲੱਗ ਜਾਂਦੀ ਹੈ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਤਾਂਤਰਿਕ ਦੇ ਕਹਿਣ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ। ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਤਵਾਜ ਜੀ, ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਹੈਪੀ ਜੀ। ਭਾਰਤਵਾਜ ਜੀ, ਮੈਂ ਸ਼ੁਰੂਆਤ 'ਚ ਗੱਲ ਕਰੀ ਹੈ ਕਿ ਸਾਡੇ ਸਾਇੰਸਦਾਨਾਂ ਦੀ ਕੋਠੀ ਦੇ ਉੱਤੇ ਲਾਇਆ ਨਜ਼ਰ ਬੱਟੂ। ਵਿਗਿਆਨ ਦਾ ਯੁੱਗ ਹੈ ਪਰ ਨਜ਼ਰ ਬੱਟੂ ਲਾਏ ਜਾਂਦੇ ਨੇ। ਅੱਜ ਵੀ ਜੇ ਅਸੀਂ ਦੇਖੀਏ ਕਿ ਬਹੁਤ ਸਾਰੇ ਵੈਬ ਚੈਨਲ ਜਦੋਂ ਚੱਲਦੇ ਨੇ, ਹਾਲਾਂਕਿ ਔਨ 에ਅਰ ਇਹ ਇਸ ਦੇ ਖਿਲਾਫ ਹੈ ਵੀ ਆਪਾਂ ਦੇਖਦੇ ਹਾਂ ਕਿ ਅਕਸਰ ਵੱਡੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਲੱਗੀ ਹੁੰਦੀ ਹੈ ਕਿ ਫਲਾਨਾ ਬਾਬਾ ਜੀ ਵਸ਼ੀਕਰਨ ਕਰਾਓ ਜੀ, ਆਹ ਕਰਾਓ, ਸ਼ੌਤਨ ਤੋਂ ਛੁਟਕਾਰਾ ਪਵਾਓ, ਹਨਾ, ਬਾਹਰ ਜਾਣਾ ਕਿਵੇਂ ਜਾਣਾ, ਬਾਬਾ ਭਲਾ ਦੀ ਆਪ ਇੱਥੇ ਬੈਠਾ ਹੋ। ਤਾਂ ਪਰ ਇਹ ਘਟਨਾ ਜਿਹੜੀ ਵਾਪਰੀ ਹੈ ਬੜੀ ਦਰਦਨਾਕ ਘਟਨਾ ਹੈ ਕਿ 2 ਬੱਚੇ ਇਸ ਕਰਕੇ ਕਤਲ ਕਰ ਦਿੱਤੇ ਜਾਂਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਉਸ ਦੂਸਰੀ ਲੜਕੀ ਦੇ ਉਸ ਪਰਿਵਾਰ ਦੀ ਕੁੜੀ ਆ, ਉਸ ਦੇ ਬੱਚਾ ਨਹੀਂ ਹੋ ਰਿਹਾ, ਪਰ ਉਹ 2 ਬੱਚੇ ਖਤਮ ਕਰ ਲਏ ਜਾਂਦੇ ਨੇ ਇੱਕ ਨਵਾਂ ਬੱਚਾ ਲੈਣ ਦੀ ਚਾਹ 'ਚ। ਹੈਪੀ, ਬਹੁਤ ਗੰਭੀਰ ਮਾਮਲਾ ਸੀਗਾ ਜਦੋਂ ਪੰਜਾਬ ਦੇ ਵਿੱਚ ਦਰਸ਼ਕਾਂ ਦੇ ਆਲੇ ਦੁਆਲੇ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ। ਪੰਜਾਬ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੇ ਆਲੇ ਦੁਆਲੇ ਸਮਾਜਿਕ ਘੇਰੇ ਦੇ ਵਿੱਚ ਜਦੋਂ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ, ਜਦੋਂ ਸਾਰਾ ਮੀਡੀਆ ਤੰਤਰ ਕੁਝ ਖਾਸ ਖਬਰਾਂ ਦੇ ਉੱਤੇ ਫੋਕਸ ਕੀਤੀਆਂ ਹੋਈਆਂ ਨੇ। ਹਾਲਾਂਕਿ ਉਹ ਖਬਰਾਂ ਵੀ ਬਹੁਤ ਮਹੱਤਵਪੂਰਨ ਨੇ ਔਰ ਅਸੀਂ ਵੀ ਉਹਨਾਂ ਖਬਰਾਂ ਦੇ ਉੱਤੇ ਜਿਹੜੀ ਵੀ ਕੋਈ ਅਪਡੇਟ ਆਉਂਦੀ ਹੈ ਉਸ ਅਪਡੇਟ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰੰਤੂ ਜਦੋਂ ਤੁਸੀਂ ਮਨੁੱਖਤਾ ਦੀ ਗੱਲ ਕਰਦੇ ਹੋ, ਜਿਸ ਸਮਾਜ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਜਿਸ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਆਲੇ ਦੁਆਲੇ ਜਿਹੜੀਆਂ ਇਹ ਖਬਰਾਂ ਚੱਲ ਰਹੀਆਂ ਨੇ, ਆਪੋ ਆਪਣੇ ਤਰਕ, ਆਪੋ ਆਪਣੇ ਢੰਗ ਤਰੀਕਿਆਂ ਔਰ ਆਪੋ ਆਪਣੀਆਂ ਦਲੀਲਾਂ ਦੇ ਨਾਲ, ਚਾਹੇ ਸਰਕਾਰ ਦੀ ਆਪਣੀ ਦਲੀਲ ਹੈ, ਜਥੇਬੰਦੀਆਂ ਦੀਆਂ ਆਪਣੀਆਂ ਦਲੀਲਾਂ ਨੇ, ਲੜਨ ਵਾਲੇ ਲੋਕ ਯਾਨੀ ਕਿ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਨੇ, ਜਿਹੜੇ ਆਪਣੀ ਕੌਮ ਲਈ ਜੂਝ ਰਹੇ ਨੇ, ਉਹਨਾਂ ਦੀਆਂ ਆਪਣੀਆਂ ਦਲੀਲਾਂ ਨੇ, ਉਹਨਾਂ ਸਭ ਦੇ ਦਰਮਿਆਨ ਇਹ ਖਬਰ ਸੱਚਮੁੱਚ ਧਿਆਨ ਦੇਣਾ ਮੰਗਦੀ ਹੈ ਕਿਉਂਕਿ ਇਹ ਖਬਰ ਸਾਡੇ ਹੀ ਮਨੁੱਖਤਾ ਦੇ ਨਾਲ ਜੁੜੀ ਹੋਈ ਖਬਰ ਹੈ ਜੀ। ਖਬਰ ਹੈ ਪਿੰਡ ਕੋਟ ਫੱਤਾ ਜਿਹੜਾ ਕਿ ਬਠਿੰਡਾ ਜ਼ਿਲ੍ਹੇ ਦਾ ਬਹੁਤ ਮੁੱਖ ਪਿੰਡ ਮੰਨਿਆ ਜਾਂਦਾ। ਮਕਬੂਲ ਪਿੰਡ ਵੀ ਹੈ। ਮਕਬੂਲ ਪਿੰਡ ਜੀ। ਵਰਾ 2017 ਵਰਾ ਤੇ 8 ਮਾਰਚ ਦੀ ਤਾਰੀਖ ਨੂੰ ਉੱਥੋਂ ਦੀ ਜਿਹੜਾ ਉੱਥੋਂ ਦਾ ਪੁਲਿਸ ਸਟੇਸ਼ਨ ਹੈ ਕੋਟ ਫੱਤੇ ਦਾ, ਉਸ ਦੇ ਵਿੱਚ ਇੱਕ FIR ਲੌਜ ਹੁੰਦੀ ਹੈ ਕਿ 2 ਬੱਚੇ, ਇੱਕ ਬੱਚੇ ਦੀ ਉਮਰ 5 ਸਾਲ ਨਾਮ ਰਣਜੋਤ ਸਿੰਘ, ਉਸ ਦੀ 3 ਸਾਲਾ ਭੈਣ ਨਾਮ ਅਨਾਮਿਕਾ, ਕਿ ਉਹ ਦੋਵੇਂ ਬੱਚੇ ਘਰ ਦੇ ਵਿੱਚ ਕਰੰਟ ਦੇ ਨਾਲ ਇੱਕ ਹਾਦਸੇ ਦੇ ਤਹਿਤ ਉਹਨਾਂ ਦੀ ਮੌਤ ਹੋ ਗਈ ਹੈ ਬੱਚਿਆਂ ਦੀ। ਪਹਿਲਾਂ ਜਿਹੜਾ ਪ੍ਰਭਾਵ ਸਿਰਜਿਆ ਜਾਂਦਾ ਹੈ ਪਰਿਵਾਰ ਵੱਲੋਂ ਕਿ ਉਹ ਬੱਚਿਆਂ ਦੀ ਹਾਦਸਾ ਕਰੰਟ ਲੱਗ ਕੇ ਮੌਤ ਹੋ ਗਈ, ਦੁਰਘਟਨਾ ਵਾਪਰੀ। ਸਾਰਾ ਕੁਝ ਸ਼ੱਕੀ ਜਾਪਦਾ ਜਦੋਂ ਇਨਵੈਸਟੀਗੇਸ਼ਨ ਇਸ ਸਾਰੇ ਕੇਸ ਦੀ ਸ਼ੁਰੂ ਹੁੰਦੀ ਹੈ। ਇਸ ਇੱਕ ਬੜੀ ਦੁੱਖ ਦੀ ਗੱਲ ਕਿ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਹੈਪੀ ਜੀ ਪਰਿਵਾਰ ਆਪ ਹੀ ਸ਼ਾਮਲ। ਕਿੱਥੇ ਤਾਂ ਸਾਡੇ ਇਸ ਦੇਸ਼ ਭਾਰਤ ਦੇ ਵਿੱਚ ਅਸੀਂ ਦੁਆਵਾਂ ਮੰਗ ਕੇ, ਮੱਥੇ ਰਗੜ ਕੇ, ਡਾਕਟਰਾਂ ਕੋਲ ਲੱਖਾਂ ਰੁਪਈਆ ਖਰਾਬ ਕਰਕੇ, ਲੱਖਾਂ ਪੀਰਾਂ ਦੇ ਦਰਗਾਹਾਂ ਦੇ ਗੁਰੂ ਘਰਾਂ ਤੇ ਸੁੱਖਣਾ ਸੁੱਖ ਕੇ ਅਸੀਂ ਔਲਾਦ ਦੀ ਜਿਹੜੀ ਦਾਤ ਹੈ ਉਹ ਆਪਣੀ ਝੋਲੀ ਦੇ ਵਿੱਚ ਪਾਉਂਦੇ ਹਾਂ। ਪਰ ਕੋਟ ਫੱਤੇ ਦਾ ਜਿਹੜਾ ਇਹ ਇਨਸੀਡੈਂਟ ਹੈ ਬਿਲਕੁਲ ਵੱਖਰਾ। ਇੱਕ ਪਰਿਵਾਰ ਆਪਣੇ 5 ਸਾਲਾ ਬੇਟਾ ਰਣਜੋਤ ਤੇ 3 ਸਾਲੀ ਬੇਟੀ ਅਨਾਮਿਕਾ ਨੂੰ ਆਪਣੇ ਆਪ ਹੀ ਮਾਰ ਦਿੰਦਾ। ਮਾਰਦਾ ਕਿਉਂ ਹੈ? ਕਿਉਂਕਿ
ਇਹ ਜਿਹੜੇ ਦੋ ਬੱਚੇ ਆ ਮਰਹੂਮ ਰਣਜੋਤ ਤੇ ਅਨਾਮਿਕਾ, ਇਹਨਾਂ ਦੇ ਜਿਹੜੇ ਭੂਆ ਜੀ ਨੇ, ਬਿਲਕੁਲ ਇਹਨਾਂ ਦੇ ਭੂਆ ਜੀ ਦੇ ਆਪਣੇ ਕੋਈ ਔਲਾਦ ਨਹੀਂ ਹੋ ਰਹੀ ਹੈਗੀ। ਭੂਆ ਜੀ ਦੇ ਔਲਾਦ ਨਹੀਂ ਹੋ ਰਹੀ ਤਾਂ ਇਹ ਸਾਜ਼ਿਸ਼ ਘੜੀ ਜਾਂਦੀ ਹੈ ਕਿ ਦੋ ਬੱਚਿਆਂ ਦੀ ਬਲੀ ਦਿੱਤੀ ਜਾਵੇ ਤਾਂ ਫਿਰ ਜਾ ਕੇ ਜਿਹੜੀ ਭੂਆ ਦੀ ਕੁੱਖ ਹੈ ਉਹ ਹਰੀ ਹੋ ਜਾਏਗੀ। ਇਹ ਮਤਲਬ ਇਹ ਪਰਿਵਾਰ ਵੱਲੋਂ ਨਹੀਂ, ਤਾਂਤਰਿਕ ਵੱਲੋਂ ਘੜੀ ਜਾਂਦੀ ਹੈ। ਅਸਲ ਕੀ ਹੈ ਕਿ ਤਾਂਤਰਿਕ ਨੇ ਉਸ ਚੀਜ਼ ਨੂੰ ਗ੍ਰਿਫਤ ਦੇ ਵਿੱਚ ਲਿਆ। ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਅਖਬਾਰਾਂ ਦੇ ਵਿੱਚ, ਸਾਰੀ ਅਖਬਾਰਾਂ ਦੇ ਵਿੱਚ, ਟੀਵੀ ਚੈਨਲਾਂ ਦੇ ਉੱਤੇ ਉਹ ਐਲ ਬੈਂਡ ਪੱਟੀ ਚੱਲਦੀ ਹੈ ਕਿ ਮਤਲਬ ਜਿਹੜਾ ਤੁਸੀਂ ਦੱਸਿਆ ਕਿ ਉਹ ਤਾਂਤਰਿਕਾਂ ਦਾ ਸਾਰਾ ਜਿਹੜਾ ਗਲਬਾ ਪਿਆ ਹੋਇਆ। ਔਰ ਖਾਸ ਤੌਰ ਦੇ ਉੱਤੇ ਤੁਸੀਂ ਪਬਲਿਕ ਪਲੇਸਿਸ ਦੇ ਉੱਤੇ ਜਾਓਗੇ, ਬੱਸ ਸਟੈਂਡਾਂ ਦੀਆਂ ਸੜਕਾਂ ਦੇ ਉੱਤੇ, ਬੱਸਾਂ ਦੇ ਸ਼ੀਸ਼ਿਆਂ ਦੇ ਉੱਤੇ ਲਿਖਿਆ ਹੁੰਦਾ ਉਹਨਾਂ ਦੇ ਜਿਹੜੇ ਉਹਨਾਂ ਦੇ ਪੋਸਟਰ ਜਾਂ ਸਟicker ਲੱਗੇ ਹੁੰਦੇ ਆ ਕਿ ਖੂਨ ਕੇ ਆंसू नहीं रोने दूंगा। ਪਰ ਮੈਂ ਫਿਲਹਾਲ ਇਸ ਘਟਨਾ ਦੇ ਉੱਤੇ ਆਉਣਾ। ਉਹ ਜਿਹੜੀ ਉਹਨਾਂ ਦੀ ਭੂਆ ਹੈ, ਭੂਆ ਗਗਨਦੀਪ ਕੌਰ ਆ, ਉਹਦੇ ਆਪਣੇ ਘਰੇ ਬੱਚਾ ਨਹੀਂ ਹੋ ਰਿਹਾ ਹੁੰਦਾ ਤੇ ਇੱਕ ਤਾਂਤਰਿਕ ਹੈ ਲਖਵਿੰਦਰ ਸਿੰਘ ਉਰਫ ਲੱਖਾ, ਪਿੰਡ ਕਾਲਾਂਵਾਲੀ ਜਿਹੜਾ ਸਰਸੇ ਦੇ ਨਾਲ ਪੈਂਦਾ ਜੀ। ਕਾਲਾਂਵਾਲੀ ਦਾ ਲਖਵਿੰਦਰ ਸਿੰਘ ਇਸ ਪਰਿਵਾਰ ਨੂੰ ਆਪਣੇ ਗਲਬੇ ਦੇ ਵਿੱਚ ਲੈਂਦਾ। ਕਿਸੇ ਦੇ ਕਹੇ ਕਹਾਏ ਇਹ ਪਰਿਵਾਰ ਉਸ ਕੋਲੇ ਪਹੁੰਚਦਾ। ਜਿਹੜੇ ਬੱਚੇ ਰਣਜੋਤ ਤੇ ਅਨਾਮਿਕਾ ਨੇ, ਇਹਨਾਂ ਦਾ ਪਰਿਵਾਰ ਉਹਨਾਂ ਤੱਕ ਪਹੁੰਚ ਕਰਦਾ। ਦਾਦੀ ਕਰਦੀ ਹੈ, ਭੂਆ ਕਰਦੀ ਹੈ, ਇੱਥੋਂ ਤੱਕ ਕਿ ਇਹਨਾਂ ਦਾ ਬੱਚਿਆਂ ਦਾ ਜਿਹੜਾ ਪਿਤਾ ਹੈ, ਉਹ ਪਿਤਾ ਕੁਲਵਿੰਦਰ ਸਿੰਘ, ਉਹ ਵੀ ਉਸ ਜਿਹੜਾ ਤਾਂਤਰਿਕ ਹੈ ਲਖਵਿੰਦਰ, ਉਹਦੇ ਕੋਲੇ ਪਹੁੰਚ ਕਰਦਾ ਕਿ ਭਾਈ ਮੇਰੀ ਭੈਣ ਯਾਨੀ ਕਿ ਇਹਨਾਂ ਬੱਚਿਆਂ ਦੀ ਭੂਆ ਦੀ ਕੁੱਖ ਹਰੀ ਨਹੀਂ ਹੋ ਰਹੀ, ਕਰੋ ਕੋਈ ਹੀਲਾ, ਕਰੋ ਕੋਈ ਵਸੀਲਾ। ਲਖਵਿੰਦਰ ਸਿੰਘ ਇਹਨਾਂ ਨੂੰ ਐਸੇ ਸ਼ੀਸ਼ੇ ਦੇ ਵਿੱਚ ਉਤਾਰਦਾ। ਲਖਵਿੰਦਰ ਸਿੰਘ ਇਸ ਪਰਿਵਾਰ ਨੂੰ ਐਸੇ ਭਰੋਸੇ ਦੇ ਵਿੱਚ ਲੈਂਦਾ। ਉਹ ਕਹਿੰਦਾ ਕਿ ਦੋ ਬੱਚਿਆਂ ਦੀ ਬਲੀ ਦਿਓ, ਇਸ ਤੁਹਾਡੀ ਜਿਹੜੀ ਕੁੜੀ ਹੈ ਗਗਨਦੀਪ ਕੌਰ, ਜਿਹੜੀ ਬੱਚਿਆਂ ਦੀ ਭੂਆ ਹੈ, ਇਸ ਦੀ ਕੁੱਖ ਹਰੀ ਹੋ ਜਾਏਗੀ ਤੇ ਮੈਂ ਇਹਨਾਂ ਦੋਵੇਂ ਬੱਚਿਆਂ ਨੂੰ ਜਿਉਂਦੇ ਵੀ ਕਰ ਦੇਵਾਂਗਾ। ਬਾਅਦ ਇਹ ਮਤਲਬ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਨੇ, ਜਿਵੇਂ ਆਪਾਂ ਪਹਿਲਾਂ ਤੁਸੀਂ ਮੈਨੂੰ ਦੱਸ ਹੀ ਰਹੇ ਸੀ ਕਿ ਲਹਿਰਾ ਮੁਹੱਬਤ ਦੀ, ਕਿ ਬੰਦਾ ਉੱਥੋਂ ਦਾ ਕੋਈ ਸੀਗਾ ਬਾਬਾ ਜਿਹੜਾ ਬਣਿਆ, ਉਹ ਕਹਿੰਦਾ ਮਰੇ ਹੋਏ ਜਿਉਂਦੇ ਕਰ ਦੇਣਾ, ਮਰੇ ਹੋਏ ਜਿਉਂਦੇ ਕਰ ਦੇਣਾ। ਫਿਲਹਾਲ ਮੈਂ ਇਸ ਘਟਨਾ ਦੇ ਉੱਤੇ ਆ ਜਾਵਾਂ ਕਿ ਇਹ ਘਟਨਾ ਇਸ ਕਰਕੇ ਇੰਪੋਰਟੈਂਸ ਹੈ ਕਿ ਆਲੇ ਦੁਆਲੇ ਵਾਪਰ ਰਹੀਆਂ ਇਹਨਾਂ ਸਾਰੀਆਂ ਚਰਚਾਵਾਂ ਤੇ ਖਬਰਾਂ ਦੇ ਵਿਚਾਲੇ ਇਹ ਦੋ ਬੱਚਿਆਂ ਦਾ ਇਨਸਾਫ ਹੋਇਆ। ਇਹ ਮਨੁੱਖਤਾ ਦਾ ਇਨਸਾਫ ਆਪਾਂ ਕਹਿ ਸਕਦੇ ਹਾਂ, ਪਰੰਤੂ ਦਰਦਨਾਕ ਭਾਣਾ ਕਿ ਸਾਰਾ ਪਰਿਵਾਰ ਸ਼ਾਮਲ ਹੋ ਕੇ ਇਹਨਾਂ ਨੰਨੀਆਂ ਮਾਸੂਮ ਜਾਨਾਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਦੁਨੀਆ ਦੇ ਵਿੱਚ ਹਲੇ ਪੁੰਗਰ ਰਹੇ ਫੁੱਲ ਹਾਂ ਤੇ ਉਹਨਾਂ ਫੁੱਲਾਂ ਨੂੰ ਪਹਿਲਾਂ ਹੀ ਕਿਵੇਂ ਦਰਦ ਦਿੱਤਾ ਜਾਂਦਾ, ਇਹ ਸਾਜ਼ਿਸ਼ ਘੜੀ ਜਾਂਦੀ ਹੈ। 7 ਮਾਰਚ ਦੇ ਦਿਨ ਇਹਨਾਂ ਦੇ ਘਰੇ ਉਹ ਲਖਵਿੰਦਰ ਪਹੁੰਚਦਾ। ਉਹ ਪ੍ਰੈਕਟਿਸ ਤਾਂ ਪਹਿਲਾਂ ਤੋਂ ਚੱਲ ਰਹੀ ਹੁੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਕਿਵੇਂ ਮਤਲਬ ਖਤਮ ਕਰਨਾ, ਉਹ ਤੰਤਰ ਮੰਤਰ ਦੀ ਜਿਹੜਾ ਉਹ ਸਾਰਾ ਸਿਸਟਮ ਹੋਣਾ। ਇਹ ਸਾਰਾ ਪਰਿਵਾਰ ਉਸ ਦੇ ਵਿੱਚ ਸ਼ਾਮਲ ਹੁੰਦਾ। ਇਹਨਾਂ ਦਾ ਪਿਤਾ ਕੁਲਵਿੰਦਰ ਸਿੰਘ ਸ਼ਾਮਲ ਹੁੰਦਾ। ਉਹ ਲਖਵਿੰਦਰ ਜਿਹੜਾ ਤਾਂਤਰਿਕ ਆ ਉਹਦੇ ਕਹੇ ਤੇ ਜਿਹੜਾ ਵੀ ਉਹ ਜੋਤਸ਼ੀ ਆ ਉਹਦੇ ਕਹੇ ਦੇ ਉੱਤੇ ਹਾਮੀ ਭਰਦਾ। ਇਹਨਾਂ ਦੀ ਦਾਦੀ ਨਿਰਮਲ ਕੌਰ ਉਹ ਸ਼ਾਮਲ ਹੁੰਦੀ ਹੈ। ਔਰ ਉਤੋਂ ਦੁੱਖ ਦੀ ਗੱਲ, ਇਹਨਾਂ ਬੱਚਿਆਂ ਦੀ ਜਿਹੜੀ ਮਾਂ ਸੀਗੀ ਰਣਦੀਪ ਕੌਰ, ਉਹਨੇ ਪਤਾ ਨਹੀਂ ਕਿਵੇਂ ਹਾਮੀ ਭਰਤੀ, ਪਤਾ ਨਹੀਂ ਕਿਹੜੇ ਦਬਾਅ ਕਰਕੇ ਉਹਨੇ ਹਾਮੀ ਭਰਤੀ, ਕਿਉਂਕਿ ਮਾਂ ਤਾਂ ਆਪਣੇ ਬੱਚਿਆਂ ਨੂੰ ਫੁੱਲ ਦੀ ਨਹੀਂ ਲੱਗਣ ਦਿੰਦੀ। ਮਤਲਬ ਝਰੀਟ ਵੀ ਆ ਜੇ ਬੱਚਿਆਂ ਦੇ ਤੇ ਮਾਂ ਨੂੰ ਬੜਾ ਦੁੱਖ ਲੱਗਦਾ। ਪਤਾ ਨਹੀਂ ਉਹਦੀ ਕੀ ਮਜਬੂਰੀ ਰਹੀ ਹੋਏਗੀ ਕਿ ਉਹਨੇ ਆਪਣੇ ਇਹ ਦੋ ਬੱਚਿਆਂ ਦੀ ਬਲੀ ਚੜਾਉਣ ਦੀ ਹਾਮੀ ਭਰ ਦਿੱਤੀ। ਪਤਾ ਨਹੀਂ ਤਾਂ ਉਸ ਜਿਹੜਾ ਤਾਂਤਰਿਕ ਹੈ ਉਹਨਾਂ ਦਾ ਜਾਲ ਹੀ ਐਡਾ ਜ਼ਬਰਦਸਤ ਵਿਛਿਆ ਹੁੰਦਾ, ਉਹਨਾਂ ਦੁਆਰਾ ਫੈਲਾਇਆ ਜਾਂਦਾ ਝੂਠ ਹੀ ਇੰਨਾ ਸੱਚ ਲੱਗਦਾ ਹੈ ਕਿ ਸ਼ਾਇਦ ਭਾਈ ਮੇਰੇ ਬੱਚੇ ਜਿਉਂਦੇ ਹੋ ਜਾਣਗੇ ਤੇ ਮੇਰੀ ਜਿਹੜੀ ਨਣਦ ਹੈ ਉਸ ਦੀ ਕੁੱਖ ਵੀ ਹਰੀ ਹੋ ਜਾਏਗੀ। ਇਸੇ ਤਰੀਕੇ ਨਾਲ ਇਸ ਕੁਲਵਿੰਦਰ ਦਾ ਛੋਟਾ ਭਾਈ, ਮਤਲਬ ਇਹਦਾ ਚਾਚਾ ਬੱਚਿਆਂ ਦਾ ਜਿਹੜਾ ਗੁਰਪ੍ਰੀਤ ਸਿੰਘ, ਉਹ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੁੰਦਾ। ਤੇ ਦੋ ਭੂਆ ਜਿਹੜੀਆਂ, ਇੱਕ ਗਗਨਦੀਪ ਦੇ ਬੱਚਾ ਨਹੀਂ ਹੋ ਰਿਹਾ, ਇੱਕ ਉਸ ਦੀ ਹੋਰ ਭੈਣ ਹੈ ਜਿਹੜੀ ਅਮਨਦੀਪ ਕੌਰ, ਉਹ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੁੰਦੀ ਹੈ। ਤੇ ਨਾਲ ਫਿਰ ਜਿਹੜਾ ਹੈ 7ਵਾਂ ਉਹ ਲਖਵਿੰਦਰ ਸਿੰਘ ਜਿਹੜਾ ਤਾਂਤਰਿਕ ਆ ਉਹ ਸ਼ਾਮਲ ਹੁੰਦਾ। 7 ਮਾਰਚ 2017 ਦੀ ਰਾਤ ਨੂੰ ਇਹਨਾਂ ਦੇ ਘਰੇ ਉਹ ਤੰਤਰ ਮੰਤਰ ਸਾਰੀ ਵਿੱਦਿਆ ਚੱਲਦੀ ਹੈ। ਉਹ ਸਾਰਾ ਆਪਣਾ ਖੇਡ ਜਿਹੜਾ ਸਵਾਂਗ ਹੈ ਉਹ ਸਵਾਂਗ ਰਚਾਇਆ ਜਾਂਦਾ। ਉਹਨਾਂ ਮਾਸੂਮਾਂ ਨੂੰ ਕੀ ਪਤਾ ਕਿ ਕੀ ਹੋ ਰਿਹਾ। ਤੁਸੀਂ ਕਲਪਨਾ ਕਰਕੇ ਵੇਖੋ ਹੈਪੀ ਜੀ, ਉਸ ਸੀਨ ਦੀ, ਉਸ ਦ੍ਰਿਸ਼ ਦੀ, ਕਿ ਉਹ ਤਾਂਤਰਿਕ ਇਹਨਾਂ ਦੇ ਘਰੇ ਆਇਆ ਹੋਏਗਾ। ਬੱਚੇ ਕਿੰਨੇ ਖੁਸ਼ ਹੋਣਗੇ ਕਿ ਅੱਜ ਸਾਡਾ ਸਾਰਾ ਪਰਿਵਾਰ ਇਕੱਠਾ ਹੋਇਆ। ਆਪਾਂ ਨੂੰ ਉਦੋਂ ਹੀ ਚਾਅ ਚੜ ਜਾਂਦਾ ਨਾ, ਪਿੰਡਾਂ ਵਾਲੇ ਬੱਚਿਆਂ ਨੂੰ, ਹਨਾ। ਸ਼ਹਿਰਾਂ ਵਾਲੇ ਬੱਚੇ ਤਾਂ ਗੇਮਾਂ ਦੇ ਵਿੱਚ ਲੱਗ ਗਏ, ਅੱਜ ਕਿਸੇ ਹੋਰ ਜ਼ਮਾਨੇ ਦੇ ਵਿੱਚ ਚਲੇ ਗਏ। ਪਿੰਡਾਂ ਵਾਲੇ ਬੱਚਿਆਂ ਨੂੰ, ਇਹ ਦੋਵੇਂ ਬੱਚਿਆਂ ਨੂੰ, ਅਨਾਮਿਕਾ ਜਿਹੜੀ 3 ਸਾਲਾਂ ਦੀ ਹੈ, ਰਣਜੋਤ ਜਿਹੜਾ 5 ਸਾਲਾਂ ਦਾ, ਬੱਚਿਆਂ ਨੂੰ ਚਾਅ ਚੜ ਗਿਆ ਹੋਏਗਾ ਕਿ ਸਾਡੀਆਂ ਭੂਆ ਜੀਆਂ ਆਈਆਂ ਹੋਈਆਂ ਨੇ, ਹਨਾ। ਸਾਡੇ ਘਰੇ ਕੋਈ ਇੱਕ ਵਿਅਕਤੀ ਆਇਆ ਜਿਹੜਾ ਲਖਵਿੰਦਰ ਤਾਂਤਰਿਕ ਹੈ, ਹਨਾ, ਕਿ ਇਹ ਨਵਾਂ ਵਿਅਕਤੀ ਕੌਣ ਆਇਆ, ਤੇ ਸਾਰਾ ਪਰਿਵਾਰ ਟਹਿਲ ਸੇਵਾ ਕਰ ਰਹੇ ਇਹਨਾਂ ਦੀ। ਬੱਚੇ ਵੀ ਖੁਸ਼ੀ ਹੋ ਸਕਦਾ ਕਿ ਕਿਸੇ ਬੱਚੇ ਨੇ ਉਸ ਤਾਂਤਰਿਕ ਨੂੰ ਪਾਣੀ ਵੀ ਫੜਾਇਆ ਹੋਵੇ ਚੱਕ ਕੇ, ਹੋ ਸਕਦਾ ਕਿ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੰਗੀਆਂ ਨੇ, ਜਿਹੜੀਆਂ ਤਿਆਰੀਆਂ ਕੀਤੀਆਂ ਨੇ ਬਲੀ ਦੇਣ ਦੀਆਂ ਨਾ ਬੱਚਿਆਂ ਨੂੰ, ਉਸ ਦੇ ਵਿੱਚ ਕੋਈ ਚੀਜ਼ ਫੜਾਈ ਹੋਵੇ, ਆਪਣਾ ਯੋਗਦਾਨ ਪਾਇਆ ਹੋਵੇ। ਸੁੱਤੇ ਸਿੱਧ ਉਹਨਾਂ ਨੂੰ ਕੀ ਪਤਾ ਕਿ ਇਹ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਇਹ ਵਿਅਕਤੀ ਜਿਹੜਾ ਲਖਵਿੰਦਰ ਸਿੰਘ ਆਇਆ, ਇਹਨਾਂ ਦੀਆਂ ਭੂਆ ਜਿਹੜੀਆਂ ਇਹਨਾਂ ਦੇ ਘਰੇ ਆਈਆਂ ਨੇ, ਕਿਉਂਕਿ ਭੂਆ ਦਾ ਘਰੇ ਆਉਣਾ ਇੱਕ ਚੰਗਾ ਸ਼ਗਨ ਮੰਨਿਆ ਜਾਂਦਾ ਕਿ ਭਾਈ ਭੂਆ ਆਈ ਆ ਬੱਚਿਆਂ ਦੀ, ਹਨਾ। ਤਾਂ ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋਏਗਾ, ਤੇ ਉਸ ਮਾਹੌਲ ਦੇ ਵਿੱਚ ਹੋ ਸਕਦਾ ਉਹ ਬੱਚੇ ਖੁਸ਼ ਹੋਣ। ਦੋਨੇ ਬੱਚੇ ਜਿਨ੍ਹਾਂ ਦੀ ਬਲੀ ਚੜ੍ਹਨੀ ਆ ਖੁਸ਼ ਹੋਣਗੇ ਬੱਚੇ, ਉਸ ਖੁਸ਼ੀ ਦੇ ਵਿੱਚ ਆਪਣਾ ਸਾਰਾ ਕਾਰਜ ਕਰਵਾ ਰਹੇ ਹੋਣਗੇ, ਕਰ ਰਹੇ ਹੋਣਗੇ।
ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕਾਰਜ ਕਰਦੇ ਕਰਾਉਂਦੇ ਜਦੋਂ 8 ਮਾਰਚ 2017 ਦਾ ਦਿਨ ਚੜ੍ਹੇਗਾ ਤੇ ਉਹ ਬੱਚੇ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਆਪਣੇ ਹੀ ਪਰਿਵਾਰ ਦੇ ਵਿੱਚੋਂ, ਆਪਣੇ ਹੀ ਜਨਮਦਾਤਿਆਂ ਦੇ ਕੋਲੋਂ, ਆਪਣੀ ਹੀ ਉਹ ਦਾਦੀ ਜੀ ਨੇ ਕਦੇ ਲਾਡ ਲੜਾਇਆ ਹੋਏਗਾ ਆਪਣੇ ਪੋਤੇ ਨੂੰ, ਕਿਉਂਕਿ ਦਾਦੀਆਂ ਨੂੰ ਪੋਤਿਆਂ ਦਾ ਬਾਹਲਾ ਰਹਿੰਦਾ ਹੈ, ਤਾਂ ਆਪਣੇ ਉਹ 5 ਸਾਲਾ ਰਣਜੋਧ ਨੂੰ ਕਦੇ ਲਾਡ ਲੜਾਇਆ ਹੋਏਗਾ, ਆਪਣੀ ਉਸ ਪੋਤੀ ਨੂੰ ਅਨਾਮਿਕਾ ਨੂੰ ਲਾਡ ਲੜਾਇਆ ਹੋਏਗਾ, ਖੇਡੇ ਹੋਣਗੇ। ਪੋਤਿਆਂ ਦੀ ਤੇ ਪੋਤੀਆਂ ਦੀ, ਭਤੀਜਿਆਂ ਦੀ ਤੇ ਭਤੀਜਿਆਂ ਦੀ ਚਾਚੇ ਨਾਲ ਬਹੁਤ ਬਣਦੀ ਹੁੰਦੀ ਹੈ। ਚਾਚੇ ਅਕਸਰ ਭਤੀਜਾ ਭਤੀਜੀ ਨੂੰ ਬਹੁਤ ਪਿਆਰ ਕਰਦੇ ਆ, ਔਰ ਭਤੀਜਾ ਭਤੀਜੀ ਆਪਣੇ ਪਿਤਾ ਨਾਲੋਂ ਜ਼ਿਆਦਾ ਕਈ ਵਾਰੀ ਚਾਚੇ ਦਾ ਕਰਦੇ ਆ, ਚਾਚੀ ਨਾਲ ਕੋਲੇ ਹੁੰਦੇ ਆ, ਚਾਚਾ ਚਾਚੀ ਨਾਲ ਕੋਲੇ ਹੁੰਦੇ ਆ। ਤੇ ਪਤਾ ਨਹੀਂ ਇਹ ਚਾਚੇ ਦੇ ਮਨ 'ਚ ਵੀ ਕਦੇ ਇਹ ਖਿਆਲ ਕਿਉਂ ਨਹੀਂ ਆਇਆ ਕਿ ਇਹ ਜੋ ਕੁਝ ਹੋ ਰਿਹਾ ਇਹ ਗਲਤ ਹੋਏਗਾ, ਇਹ ਨਹੀਂ ਹੋਣਾ ਚਾਹੀਦਾ। ਐਦਾਂ ਮਰਿਆ ਹੋਇਆ ਬੱਚਾ, ਮਰਿਆ ਹੋਇਆ ਵਿਅਕਤੀ ਜਿਉਂਦਾ ਨਹੀਂ ਕੀਤਾ ਜਾ ਸਕਦਾ, ਜੇਕਰ ਜਦੋਂ ਤੱਕ ਵਿਗਿਆਨ ਉਸ ਦੀ ਪੁਸ਼ਟੀ ਨਹੀਂ ਕਰਦੀ। ਇਹ ਅਗਿਆਨਤਾ ਸੀ ਵਿਗਿਆਨ ਦੇ ਇਸ ਯੁੱਗ ਦੇ ਵਿੱਚ। ਔਰ ਬਰਬਰਤਾ ਦੇਖੋ ਕਿ ਇਹਨਾਂ ਬੱਚਿਆਂ ਨੂੰ ਮਾਰਿਆ ਕਿਵੇਂ ਗਿਆ, ਕਰੰਟ ਲਾ ਕੇ। ਕਰੰਟ ਉਹ ਵੀ ਇਸ ਤਰੀਕੇ ਨਾਲ ਕਿ ਹੋਲਡਰ ਲਾਇਆ ਗਿਆ, ਤਾਰਾਂ ਲਾ ਕੇ। ਹੋਲਡਰ ਦੇ ਉੱਤੇ ਜਿਹੜੇ ਬੱਲਬ ਹੁੰਦੇ, ਜਿਹੜੇ ਆਪਣੇ ਘਰਾਂ ਦੇ ਵਿੱਚ ਆਮ 100 ਵਾਟ ਦਾ ਪੀਲਾ ਬੱਲਬ ਹੁੰਦਾ, ਉਹ ਬੱਲਬ ਨੂੰ ਭੰਨ ਲਿਆ ਜਾਂਦਾ, ਉਸ ਦਾ ਕੱਚ ਭੰਨ ਦਿੱਤਾ ਜਾਂਦਾ, ਤੇ ਫਿਰ ਉਹ ਜਿਹੜੇ ਬੱਲਬ ਨੇ ਜਿਨ੍ਹਾਂ ਦੇ ਵਿੱਚ ਕਰੰਟ ਚੱਲ ਰਿਹਾ, ਉਹ ਬੱਚਿਆਂ ਦੇ ਮੂੰਹ ਦੇ ਵਿੱਚ ਤੁੰਨੇ ਜਾਂਦੇ ਆ। ਓਹੋ, ਤੁਸੀਂ ਕਲਪਨਾ ਕਰਕੇ ਵੇਖੋ, ਮੇਰੇ ਰੌਂਗਟੇ ਖੜੇ ਹੋ ਗਏ ਜਦੋਂ ਮੈਂ ਰਿਪੋਰਟ ਕਰ ਰਿਹਾ, ਤੇ ਮੈਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਕਿਸ ਵਿਗਿਆਨਕ ਯੁੱਗ ਦੇ ਵਿੱਚ ਜੀ ਰਹੇ ਹਾਂ, ਤੇ ਉਹਨਾਂ ਬੱਚਿਆਂ ਨੂੰ ਮੂੰਹ ਦੇ ਵਿੱਚ ਕਰੰਟ ਲਾ ਕੇ ਉਹ 2 ਮਾਸੂਮ ਜਾਨਾਂ ਸਦਾ ਲਈ ਖੋਲੀਆਂ। ਇੱਥੇ ਜਿਹੜੀ ਰਿਪੋਰਟ ਦਰਜ ਕਰਾਈ ਜਾਂਦੀ ਹੈ, ਉਹ ਰਿਪੋਰਟ ਦਰਜ ਕਰਾਈ ਜਾਂਦੀ ਹੈ ਕੁਲਵਿੰਦਰ ਦਾ ਜਿਹੜਾ ਚਾਚਾ ਹੈ, ਇਹਨਾਂ ਬੱਚਿਆਂ ਦਾ ਜਿਹੜਾ ਦਾਦਾ ਚਾਚਾ ਹੈ, ਉਹ ਜਾ ਕੇ ਰਿਪੋਰਟ ਦਰਜ ਕਰਾਉਂਦਾ ਕਿ ਭਾਈ ਮੈਨੂੰ ਸ਼ੱਕੀ ਲੱਗਿਆ ਕਿ ਸਾਡੇ ਪਰਿਵਾਰ ਦੇ ਜਿਹੜੇ 2 ਬੱਚੇ ਇਦਾਂ ਹਾਦਸੇ ਦੇ ਵਿੱਚ ਕਰੰਟ ਨਾਲ ਮਰ ਗਏ। ਪਰਿਵਾਰ ਨੇ ਦੱਸਿਆ, ਉਹ ਕੋਟ ਫੱਤੇ ਦੇ ਵਿੱਚ ਹੀ ਰਿਪੋਰਟ ਦਰਜ ਕਰਾਉਂਦਾ, ਪਰ ਬਾਅਦ ਦੇ ਵਿੱਚ ਉਹ ਵੀ ਮੁੱਕਰ ਜਾਂਦਾ, ਕਿਉਂਕਿ ਜਦੋਂ ਉਹਨੂੰ ਅਸਲ ਕਹਾਣੀ ਦਾ ਪਤਾ ਲੱਗਦਾ ਹੈ ਕਿ ਸਾਡੀਆਂ ਕੁੜੀਆਂ ਦੀ ਕੁੱਖ ਹਰੀ ਕਰਨ ਵਾਸਤੇ ਇਹ ਜਿਹੜਾ ਤਾਂਤਰਿਕ ਲਖਵਿੰਦਰ ਹੈ, ਉਸ ਨੇ ਇਸ ਪਰਿਵਾਰ ਨੂੰ ਆਪਣੇ ਜਾਲ ਦੇ ਵਿੱਚ ਲਿਆ, ਤੇ ਇਸ ਕਰਕੇ ਬੱਚੇ ਗਏ। ਉਹਨੇ ਆਪਣੇ ਬਿਆਨਾਂ ਤੋਂ ਪਲਟਾ ਮਾਰ ਲਿਆ, ਯੂ ਟਰਨ ਮਾਰ ਲਈ। ਤੇ ਫਿਰ ਜਦੋਂ ਪਿੰਡ ਦੇ ਵਿੱਚ 1-2 ਦਿਨ ਬਾਅਦ ਸਾਰੀ ਗੱਲ ਖੁੱਲ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਕਿ ਇਹ ਤਾਂ ਬੱਚਾ ਪ੍ਰਾਪਤੀ ਦੇ ਲਈ, ਬੱਚਾ ਸਮਾਪਤੀ ਦੀ ਇੱਕ ਇਹਨਾਂ ਨੇ ਲਹਿਰ ਤੋਰੀ ਸੀ, ਜਾਂ ਇੱਕ ਇਦਾਂ ਦਾ ਪ੍ਰਪੰਚ ਰਚਿਆ ਸੀਗਾ। ਤਾਂ ਫਿਰ ਪਿੰਡ ਇੱਕ ਆਪਣੀ ਐਕਸ਼ਨ ਕਮੇਟੀ ਬਣਾਉਂਦਾ, ਕੋਟ ਫੱਤਾ ਇਨਸਾਫ ਐਕਸ਼ਨ ਕਮੇਟੀ। ਕੋਟ ਫੱਤੇ ਦੇ ਜੁਝਾਰੂ ਤੇ ਸਮਝਦਾਰ ਸੁਹਿਰਦ ਲੋਕਾਂ ਵੱਲੋਂ ਬਣਾਈ ਜਾਂਦੀ ਹੈ। ਉਹ ਫਿਰ ਪੈਰਵਾਈ ਕਰਦੇ ਆ ਕਿ ਇਹਨਾਂ ਬੱਚਿਆਂ ਦਾ ਕਰਮ ਕਾਂਡ ਕਰਦੇ ਹੋਏ ਇਹਨਾਂ ਦੀ ਬਲੀ ਲਈ ਗਈ ਹੈ। ਇਹ ਮਾਸੂਮ ਧੱਕੇ ਚੜੇ ਨੇ। ਇਹ ਜਿਹੜਾ ਤਾਂਤਰਿਕ ਲਖਵਿੰਦਰ ਸਿੰਘ ਹੈ, ਤੇ ਵਿੱਚ ਸਾਰੇ ਜਿਹੜੇ ਸਾਜ਼ਿਸ਼ ਕਰਤਾ ਪਰਿਵਾਰ ਵਾਲੇ ਖੁਦ ਬੜੇ ਨੇ, ਜਿਹੜੇ ਪਰਿਵਾਰ ਵਾਲਿਆਂ ਨੇ, ਜਿਵੇਂ ਮੈਂ ਪਹਿਲਾਂ ਕਿਹਾ, ਕਿ ਦੁਆਵਾਂ ਮੰਗ ਕੇ ਸ਼ਾਇਦ ਇਹ 2 ਬੱਚੇ ਲਏ ਹੋਣਗੇ। ਇਸ ਤੋਂ ਅੱਗੇ ਜਾ ਕੇ ਜਦੋਂ ਪਿੰਡ ਦੀ ਐਕਸ਼ਨ ਕਮੇਟੀ ਬਣਦੀ ਹੈ ਹੈਪੀ ਜੀ, ਤਾਂ ਪਿੰਡ ਪਹੁੰਚ ਕਰਦਾ ਵਕੀਲ ਚਰਨਪਾਲ ਸਿੰਘ ਬਰਾੜ ਹੋਰਾਂ ਕੋਲੇ, ਜਿਨ੍ਹਾਂ ਨੇ ਇਹ ਸਾਰਾ ਕੇਸ ਮੁਫਤ ਲੜਿਆ। ਬਠਿੰਡੇ ਦੇ ਐਡਵੋਕੇਟ ਚਰਨਪਾਲ ਸਿੰਘ ਬਰਾੜ ਹੋਰੀ ਵਧਾਈ ਦੇ ਹੱਕਦਾਰ ਨੇ ਕਿ ਤੁਸੀਂ ਇਸ ਕੇਸ ਦੀ ਐਕਸ਼ਨ ਕਮੇਟੀ ਦੇ ਨਾਲ ਰਲ ਕੇ ਪੈਰਵਾਈ ਕੀਤੀ। ਤੇ ਕੱਲ, ਯਾਰ ਹਾਲਾਂਕਿ ਇਹ ਸਜ਼ਾ ਜਿਹੜੀ ਹੈ ਕੱਲ ਸੁਣਾਈ ਗਈ ਹੈ, ਪਰ ਇਹ ਫੈਸਲਾ ਜਿਹੜਾ 20 ਤਰੀਕ ਨੂੰ ਆ ਗਿਆ ਸੀ, ਸੁਰੱਖਿਅਤ ਰੱਖ ਲਿਆ ਗਿਆ ਸੀਗਾ ਜੀ। ਕੱਲ ਇਹ ਸਜ਼ਾ ਜਿਹੜੀ ਆ ਉਹ 23 ਮਾਰਚ ਵਾਲੇ ਦਿਨ ਸੁਣਾਈ ਗਈ ਹੈ। ਇਸ ਸਜ਼ਾ ਦੇ ਵਿੱਚ ਸਾਰਿਆਂ ਨੂੰ ਉਮਰ ਕੈਦ ਤੇ ਕੁਝ ਹਜ਼ਾਰ ਰੁਪਏ ਜੁਰਮਾਨਾ। ਇਹ ਸਾਰੇ ਦੇ ਸਾਰੇ ਜਿਹੜੇ 7 ਦੇ 7 ਦੋਸ਼ੀ ਨੇ, ਮੁੱਖ ਦੋਸ਼ੀ ਲਖਵਿੰਦਰ ਸਿੰਘ ਨੂੰ ਮੰਨਿਆ ਗਿਆ, ਪਿਤਾ ਨੂੰ ਮੰਨਿਆ ਗਿਆ, ਕੁਲਵਿੰਦਰ ਸਿੰਘ ਬੱਚਿਆਂ ਦਾ ਪਿਤਾ, ਔਰ ਬੱਚਿਆਂ ਦੀ ਜਿਹੜੀ ਦਾਦੀ ਹੈ ਨਿਰਮਲ ਕੌਰ, ਉਸ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਹੈ। ਤੇ ਜਿਹੜੇ ਵਕੀਲ ਚਰਨਪਾਲ ਸਿੰਘ ਬਰਾੜ ਹੋਰੀ ਨੇ, ਉਹਨਾਂ ਨੇ ਇਹ ਗੱਲ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਕਹੀ ਹੈ ਕਿ ਬੇਸ਼ੱਕ ਅਦਾਲਤ ਨੇ ਇਨਸਾਫ ਕਰ ਦਿੱਤਾ ਹੈ ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਪਰ ਕਹਿੰਦੇ ਮੈਂ ਹਾਈ ਕੋਰਟ ਤੱਕ ਜਾਵਾਂਗਾ ਪਿੰਡ ਦੀ ਐਕਸ਼ਨ ਕਮੇਟੀ ਦੇ ਨਾਲ, ਕਿ ਜਿਹੜੇ 3 ਮੁੱਖ ਦੋਸ਼ੀ ਨੇ, ਲਖਵਿੰਦਰ ਸਿੰਘ ਜਿਹੜਾ ਤਾਂਤਰਿਕ ਹੈ, ਜਿਹਨੇ ਕਿਹਾ ਕਿ ਬੱਚੇ ਦੇ ਬਦਲੇ 2 ਬੱਚਿਆਂ ਦੀ ਬਲੀ ਚੜਾਓ ਤੇ ਮੈਂ ਉਹਨਾਂ ਬੱਚਿਆਂ ਨੂੰ ਜਿਉਂਦਾ ਕਰ ਦਵਾਂਗਾ, ਇਹ ਦਾਵਾ ਕੀਤਾ। ਬੱਚਿਆਂ ਦਾ ਪਿਤਾ ਕੁਲਵਿੰਦਰ ਸਿੰਘ ਤੇ ਦਾਦੀ ਨਿਰਮਲ ਕੌਰ, ਉਹ ਕਹਿੰਦਾ ਮੁੱਖ ਸਾਜ਼ਿਸ਼ ਘੜਤਾ ਇਹ ਨੇ। ਮੈਂ ਹਾਈ ਕੋਰਟ ਦੇ ਵਿੱਚ ਜਾਵਾਂਗਾ, ਚਰਨਪਾਲ ਸਿੰਘ ਬਰਾੜ ਹੋਰੀ ਕਹਿੰਦੇ, ਤੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਵਾਂਗਾ ਕਿ ਬਾਕੀਆਂ ਦੀ ਸਜ਼ਾ ਅਦਾਲਤ ਜਿੰਨੀ ਮਰਜ਼ੀ ਦੇ ਰਹੀ ਹੈ, ਪਰ ਇਹ ਤਿੰਨੋਂ ਡੈਥ ਤੱਕ, ਆਪਣੀ ਮੌਤ ਤੱਕ ਕਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਉਣ। ਇਹਨਾਂ ਦੀ ਸਜ਼ਾ ਇੰਨੀ ਸਖਤ ਔਰ ਇੰਨੀ ਮਿਸਾਲੀ ਹੋਣੀ ਚਾਹੀਦੀ ਹੈ। ਹੁਣ ਇੱਥੇ ਹੈਪੀ ਜੀ ਸੱਚਮੁੱਚ ਸੋਚਣਾ ਬਣਦਾ, ਜਿੱਥੇ ਉਹ ਤੁਸੀਂ ਪਹਿਲੀ ਉਹ ਗੱਲ ਕੀਤੀ ਜਗਸੀਰ ਜੀਦਾ ਹੋਰਾਂ ਦੀ ਕਿ ਵਿਗਿਆਨਕ ਯੁੱਗ ਦੇ ਵਿੱਚ, ਔਰ ਜਿਹੜਾ ਆਪਣੇ ਘਰ ਦਾ ਕੋਈ ਵੱਡਾ ਵਿਗਿਆਨੀ ਹੈ ਤੇ ਉਹਨੇ ਆਪਣੇ ਘਰ ਦੇ ਬਾਹਰ ਨਜ਼ਰ ਬੱਟੂ ਲਾ ਰੱਖੇ, ਤੇ ਕੈਸੀ ਇਹ ਨਜ਼ਰ ਬੱਟੂ ਨੇ। ਇਹ ਲੋਕ ਸਾਡੀ ਸੁਸਾਇਟੀ ਦੇ ਉੱਤੇ, ਸਾਡੇ ਸਮਾਜ ਦੇ ਉੱਤੇ ਨਜ਼ਰ ਬੱਟੂ ਦਾ ਕੰਮ ਤਾਂ ਇਹ ਲੋਕ ਕਰਦੇ ਨੇ, ਜਿਹੜੇ ਲੋਕ ਐਦਾਂ ਕਿਸੇ ਦੇ ਬੱਚੇ ਖੋਹ ਲੈਂਦੇ ਆ ਤੇ ਐਦਾਂ ਮਤਲਬ ਐਦਾਂ ਦੇ ਕਰਮ ਕਾਂਡ ਕਰਕੇ
ਇਹਨਾਂ ਦਾ ਗੁਜ਼ਾਰਾ ਪਤਾ ਨਹੀਂ ਕਿਵੇਂ ਚੱਲ ਜਾਂਦਾ। ਮੈਂ ਕਲਪਨਾ ਤੋਂ ਬਾਹਰ ਹੈ। ਤੁਸੀਂ ਵੀ ਸੋਚ ਕੇ ਵੇਖੋ ਕਿ ਉਹ ਮਾਸੂਮਾਂ ਨਾਲ ਗੁਜ਼ਰਿਆ ਕੀ ਹੋਏਗਾ ਯਾਰ, ਜਦੋਂ ਕਰੰਟ ਉਹਨਾਂ ਬੱਚਿਆਂ ਦੇ ਉੱਤੇ ਲਾਇਆ ਹੋਏਗਾ। ਹਾਲਾਂਕਿ ਆਪਾਂ ਹੈਪੀ ਜਿਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਵੀਰੇ, ਇੱਥੇ ਕਰਮਕਾਂਡ ਦੀਆਂ ਘਟਨਾਵਾਂ ਦਾ ਅੰਤ ਹੀ ਕੋਈ ਨਹੀਂ ਹੈਗਾ। ਮਨੁੱਖੀ ਬਲੀ ਦਾ ਸਿਲਸਿਲਾ ਐਡਾ ਕੁ ਲੰਬਾ ਹੋ ਚੁੱਕਿਆ। ਆਪਾਂ ਤਾਂ ਫਿਰ ਵੀ ਸੂਬੇ ਪੰਜਾਬ ਦੇ ਵਿੱਚ ਬੈਠੇ ਆ, ਭਾਰਤ ਦੇ ਉਹਨਾਂ ਰਾਜਾਂ ਦੇ ਵਿੱਚ ਡੀਪ ਸਟੇਟਸ ਦੇ ਵਿੱਚ ਜਾ ਕੇ ਵੇਖੋ ਹੈਪੀ ਜੀ, ਜਿੱਥੇ ਇਹ ਚੀਜ਼ਾਂ ਰਿਪੋਰਟ ਹੀ ਨਹੀਂ ਹੁੰਦੀਆਂ, ਔਰ ਦੂਜੀ ਗੱਲ ਜਿੱਥੇ ਇਦਾਂ ਦੀਆਂ ਐਕਸ਼ਨ ਕਮੇਟੀਆਂ ਨਹੀਂ ਬਣਦੀਆਂ, ਜਿੱਥੇ ਇਦਾਂ ਦੇ ਜਿਹੜੇ ਅਗਾਂਹ ਵਧੂ ਵਕੀਲ ਨੇ ਜਿਹੜੇ ਇਹਨਾਂ ਕੇਸਾਂ ਨੂੰ ਲੜਦੇ ਆ, ਉੱਥੇ ਜਾ ਕੇ ਵੇਖੋ ਕਿ ਰੋਜ਼ ਕੋਈ ਨਾ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ। ਸੰਤਾਨ ਪ੍ਰਾਪਤੀ ਨੂੰ ਲੈ ਕੇ ਜਾਂ ਆਪਣੇ ਕਾਰੋਬਾਰ ਨੂੰ ਚਲਾਉਣ ਨੂੰ ਲੈ ਕੇ ਇਦਾਂ ਦਾ ਇੰਨਾ ਕੁਝ ਵਾਪਰ ਰਿਹਾ, ਚੱਕ ਕੇ ਬੱਚਿਆਂ ਦੀ ਬਲੀ ਚਾੜ ਦਿੱਤੀ ਜਾਂਦੀ ਹੈ। ਟੀਵੀ ਦੇ ਉੱਤੇ ਬਹੁਤ ਸਾਰੇ ਇਦਾਂ ਦੇ ਸੀਰੀਅਲ ਚੱਲਦੇ ਨੇ ਜਿਹਦੇ ਵਿੱਚੋਂ NCRB ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ, ਉਹਦੇ ਆંકੜੇ ਜਦੋਂ ਆਪਾਂ ਕੱਢ ਕੇ ਵੇਖਾਂਗੇ ਤਾਂ ਉੱਥੋਂ ਪਤਾ ਲੱਗਦਾ ਕਿ ਇਹ ਬਲੀ ਦੇ ਸਿਲਸਿਲੇ ਆਪਣੇ ਕਾਰੋਬਾਰ ਨੂੰ ਵਧਾਉਣ ਨੂੰ ਲੈ ਕੇ, ਕਿਸੇ ਨੂੰ ਪਾਉਣ ਨੂੰ ਲੈ ਕੇ, ਕਿਸੇ ਦਾ ਕੁਝ ਛਡਵਾਉਣ ਨੂੰ ਲੈ ਕੇ ਇੰਨਾ ਗੰਦਾ ਸਿਸਟਮ ਚੱਲ ਰਿਹਾ ਹੈ। ਲੋਕਾਂ ਦੀ ਮਾਨਸਿਕਤਾ ਜਿਹੜੀ ਗੰਦੀ ਹੋ ਚੁੱਕੀ ਹੈ, ਉਸ ਸਿਸਟਮ ਦੀ ਗੱਲ ਕਰ ਰਿਹਾ ਮੈਂ। ਦੂਜੀ ਗੱਲ, ਜਿਵੇਂ ਤੁਸੀਂ ਉਹ ਲਹਿਰੇ ਮੁਹੱਬਤ ਵਾਲੇ ਬੰਦੇ ਦੀ ਗੱਲ ਕੀਤੀ ਸੀ ਨਾ ਜੀ, ਉਹ ਬੰਦਾ, ਉਹਦੀ ਸਟੋਰੀ ਮੈਂ ਕਿੱਥੋਂ ਪੜ੍ਹੀ, ਮੈਨੂੰ ਉਹਦਾ ਨਾਮ ਚੇਤੇ ਨਹੀਂ ਹੈਗਾ। ਉਹ ਬੰਦਾ, ਇੱਕ ਬਾਬਾ ਜੀ ਨੇ, ਅੱਜ ਕੱਲ੍ਹ ਜੇਲ੍ਹ ਦੇ ਵਿੱਚ ਸੀਗੇ, ਹੁਣ ਪਤਾ ਨਹੀਂ ਸ਼ਾਇਦ ਉਹ ਬਾਹਰ ਆਏ ਸੀਗੇ ਥੋੜੀ ਦੇਰ ਲਈ ਜਾਂ ਨਹੀਂ ਆਏ ਸੀਗੇ, ਮੈਨੂੰ ਨਹੀਂ ਪਤਾ, ਪਰ ਉਹਨਾਂ ਦੀ ਰਿਪੋਰਟਿੰਗ ਕਰਦੇ ਹੋਏ ਸਾਡੇ ਡਾਂਗਾ ਬਹੁਤ ਪਈਆਂ ਸੀਗੀਆਂ। ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਤੇ ਤੁਹਾਨੂੰ ਵੀ ਯਾਦ ਹੋਏਗਾ, ਹਰਿਆਣੇ ਦੇ ਬਾਬਾ ਰਾਮਪਾਲ ਜੀ ਸੀਗੇ ਜੀ, ਉਹਨਾਂ ਨੇ ਆਪਣਾ ਇੱਕ ਗ੍ਰੰਥ ਲਿਖਤਾ ਸੀਗਾ ਤੇ ਭਵਸਾਗਰ ਗ੍ਰੰਥ ਟਾਈਪ ਜਾਂ ਕੁਝ ਵੀ ਲਿਖਿਆ, ਤੇ ਉਹ ਆਪਣੇ ਆਪ ਨੂੰ ਰੱਬ ਕਹਿੰਦੇ ਸੀਗੇ। ਉਹਨਾਂ ਦੇ ਵੀ ਖਾਸੇ ਭਗਤ ਸੀਗੇ ਜੀ। ਸਾਡੇ ਡਾਂਗਾ ਕਿਵੇਂ ਪਈਆਂ ਕਿ ਜਦੋਂ ਪੁਲਿਸ ਨੇ ਘੇਰਾ ਕੱਤਿਆ, ਜਦੋਂ ਅਦਾਲਤਾਂ ਨੇ ਕਿਹਾ ਕਿ ਇਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਜਾਣਾ ਹੀ ਪਏਗਾ, ਤਾਂ ਉਦੋਂ ਅਸੀਂ ਜਦੋਂ ਉੱਥੋਂ ਰਿਪੋਰਟਿੰਗ ਕਰ ਰਹੇ ਸੀ ਕਿਸੇ ਹੋਰ ਚੈਨਲ ਦੇ ਲਈ, ਜਿਵੇਂ ਕਿਸੇ ਹੋਰ ਅਦਾਰੇ ਦੇ ਵਿੱਚ ਸੀਗਾ, ਉੱਥੇ ਉਹਨਾਂ ਦੇ ਜਿਹੜੇ ਭਗਤ ਸੀਗੇ, ਜਿੱਥੇ ਉਹਨਾਂ ਦਾ ਘੇਰਾ ਸੀਗਾ, ਉਹਨਾਂ ਨੇ ਆਪਣੀ ਆਰਮੀ ਬਣਾਈ ਹੋਈ ਸੀ। ਉਹ ਆਰਮੀ ਉੱਥੇ ਫੌਜੀ ਮਸ਼ਕਾਂ ਕਰਦੀ ਸੀਗੀ। ਉਹਨਾਂ ਦੇ ਭਗਤਾਂ ਨੇ ਪੁਲਿਸ ਦੇ ਨਾਲ ਐਸੀ ਭੰਨ ਤੋੜ ਕੀਤੀ, ਇੰਨੀ ਲੜਾਈ ਕੀਤੀ ਕਿ ਉਸ ਦੇ ਵਿੱਚ ਮੀਡੀਆ ਕਰਮੀ ਵੀ ਫੱਟੜ ਹੋਏ, ਮੀਡੀਆ ਕਰਮੀ ਵੀ ਜ਼ਖਮੀ ਹੋਏ। ਇਹ ਜਿਹੜਾ ਬੰਦਾ ਲਹਿਰੇ ਮੁਹੱਬਤ ਦਾ, ਇਹ ਬੰਦੇ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਇਦਾਂ ਦੀ ਤਾਂਤਰਿਕ ਵਿਦਿਆ ਜਾਣਦਾ ਸੀਗਾ ਕਿ ਮੈਂ ਮਰੇ ਹੋਏ ਵਿਅਕਤੀ ਜਿਉਂਦੇ ਕਰ ਦਿੰਦਾ ਸੀਗਾ। ਮੈਂ ਜਿਹੜੇ ਵਿਅਕਤੀਆਂ ਦੇ ਔਲਾਦ ਨਹੀਂ ਹੁੰਦੀ ਸੀ ਉਹਨਾਂ ਨੂੰ ਔਲਾਦ ਵੰਡ ਦਿੰਦਾ ਸੀਗਾ। ਪਰ ਅਚਾਨਕ ਮੇਰੀ ਪਤਨੀ ਜਿਹੜੀ ਹੈ ਉਸ ਦੀ ਮੌਤ ਹੋ ਗਈ, ਤੇ ਮੈਨੂੰ ਰਿਸ਼ਤੇਦਾਰ ਕਹਿੰਦੇ, ਆਂਢੀ ਗੁਆਂਢੀ ਕਹਿੰਦੇ ਮੇਰੇ ਕਿ ਬਾਬਾ ਜੀ ਤੇਰੇ ਕੋਲੇ ਤਾਂ ਆਪਣੀਆਂ ਇੰਨੀਆਂ ਸ਼ਕਤੀਆਂ ਨੇ, ਤੂੰ ਦੂਸਰੇ ਲੋਕਾਂ ਨੂੰ ਜਿਉਂਦਾ ਕਰ ਦਿੰਦਾ ਤੇ ਆਪਣੀ ਪਤਨੀ ਨੂੰ ਜਿਉਂਦਾ ਕਰਕੇ ਵਿਖਾ। ਕਹਿੰਦਾ ਮੈਂ ਤੇ ਜਿੰਨੇ ਤੰਤਰ ਮੰਤਰ ਮੈਂ ਜਾਣਦਾ ਸੀ ਮੈਂ ਸਾਰੇ ਅਜ਼ਮਾ ਕੇ ਵੇਖ ਲਏ, ਮੇਰੀ ਪਤਨੀ ਮੈਥੋਂ ਜਿਉਂਦੀ ਨਹੀਂ ਹੋਈ। ਪਹਿਲਾਂ ਵੀ ਪਤਾ ਨਹੀਂ ਕੋਈ ਹੋਇਆ ਹੋਏਗਾ ਕਿ ਨਹੀਂ ਹੋਇਆ ਹੋਏਗਾ। ਫਿਰ ਕਹਿੰਦਾ ਮੈਨੂੰ ਕਿਸੇ ਨੇ ਮੇਰੇ ਕੰਨ 'ਚ ਫੂਕ ਮਾਰੀ ਕਿ ਭਾਈ ਤੇਰੀਆਂ ਰਿੱਧੀਆਂ ਸਿੱਧੀਆਂ ਫੇਲ ਨੇ, ਤੈਨੂੰ ਬਾਬਾ ਰਾਮਪਾਲ ਦਾ ਚੇਲਾ ਬਣ ਜਾਣਾ ਚਾਹੀਦਾ। ਫਿਰ ਕਹਿੰਦਾ ਮੈਂ ਬਾਬਾ ਰਾਮਪਾਲ ਦਾ ਚੇਲਾ ਬਣਿਆ। ਯਾਨੀ ਕਿ ਇਹ ਕਹਾਣੀ ਮੈਂ ਤਾਂ ਸੁਣਾਈ ਕਿ ਇਹ ਵਿਅਕਤੀ ਨੇ ਰਾਮਪਾਲ ਨੂੰ ਪ੍ਰਮੋਟ ਕਰਨ ਦੇ ਲਈ ਆਪਣੇ ਆਪ ਨੂੰ ਤਾਂਤਰਿਕ ਘੋਸ਼ਿਤ ਕੀਤਾ ਤੇ ਫਿਰ ਆਪਣੇ ਆਪ ਨੂੰ ਛੋਟਾ ਸਾਬਤ ਕੀਤਾ, ਤੇ ਰਾਮਪਾਲ ਬਾਬਾ ਜਿਹੜਾ ਜੇਲ੍ਹ ਦੇ ਵਿੱਚ ਹੈ ਉਸ ਨੂੰ ਵੱਡਾ ਸਾਬਤ ਕੀਤਾ। ਮਤਲਬ ਕਿ ਇਹਨਾਂ ਦੇ ਚੇਨ ਸਿਸਟਮ ਕਿਵੇਂ ਚੱਲਦੇ ਆ, ਇਹਨਾਂ ਦੀਆਂ ਐਡਵਰਟਾਈਜ਼ਮੈਂਟ ਦੀਆਂ ਤਰੀਕਾਂ ਨੇ, ਜਿਹੜੀਆਂ ਮਾਊਥ ਐਡਵਰਟਾਈਜ਼ਮੈਂਟ ਚੱਲਦੀਆਂ ਨੇ, ਗੱਲਾਂ ਚੋਂ ਗੱਲਾਂ ਨਿਕਲਦੀਆਂ ਨੇ ਜਿਹੜੀਆਂ, ਉਹਦੇ ਵਿੱਚੋਂ ਬੜਾ ਕੁਝ ਚੱਲ ਰਿਹਾ। ਹੁਣ ਪਿੱਛੇ ਜੇ ਬਾਬਾ ਬਗੇਸ਼ਵਰ ਧਾਮ ਵਾਲੇ ਜਿਹੜੇ ਬਾਬਾ ਜੀ ਨੇ, ਉਹ ਵੀ ਬੜੀ ਚਰਚਾ ਦੇ ਵਿੱਚ ਨੇ, ਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਵੱਡੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਉਹਨਾਂ ਦੀਆਂ। ਉਹ ਕਹਿੰਦੇ ਨੇ ਕਿ ਉੱਥੇ ਧਾਮ 'ਚ ਪਹੁੰਚੋ ਤੇ ਉੱਥੇ ਅਰਜ਼ੀ ਲਾਓ ਤੇ ਫਿਰ ਮੈਨੂੰ ਇਲਾਹੀ ਗਿਆਨ ਹੋਏਗਾ। ਤੁਹਾਡੀ ਉਸ ਅਰਜ਼ੀ ਦਾ ਕੀ ਉੱਤਰ ਹੋਏਗਾ, ਉਹ ਇਹੀ ਇਲਾਹੀ ਗਿਆਨ ਦੇ ਵਿੱਚੋਂ ਨਿਕਲੇਗਾ, ਤੇ ਫਿਰ ਉਹ ਚੀਜ਼ ਸੱਚ ਹੁੰਦੀ ਆ ਜਾਂ ਨਹੀਂ ਸੱਚ ਹੁੰਦੀ। ਦੁੱਖ ਪ੍ਰਿੰਸ ਜੀ ਉੱਥੇ ਹੁੰਦਾ ਜਦੋਂ ਆਮ ਬੰਦਾ ਸਮਝਿਆ ਕਿ ਮਾਨਸਿਕ ਰੋਗੀ ਹੁੰਦਾ ਜਾਂਦਾ, ਜਿਵੇਂ ਆਪਾਂ ਕਹਿੰਦੇ ਬੇਰੁਜ਼ਗਾਰੀ ਹੈ, ਆਮ ਬੰਦਾ ਟੁੱਟਿਆ ਪਿਆ ਮਹਿੰਗਾਈ ਕਰਕੇ। ਪਰ ਜਦੋਂ ਵੱਡੇ ਬੰਦੇ ਜਾਂ ਵੱਡੇ ਅਦਾਕਾਰ ਜਾਂ ਸਿੰਗਰ ਜਾ ਕੇ ਉਹਨਾਂ ਬਾਬਿਆਂ ਦੇ ਕਦਮਾਂ 'ਚ ਬੈਠ ਜਾਂਦੇ ਨੇ, ਤੇ ਆਮ ਬੰਦਾ ਸੋਚਦਾ ਹੈ ਜੇ ਆਹ ਪੰਜਾਬ ਦਾ ਸਿੰਗਰ ਕਦਮਾਂ 'ਚ ਬੈਠਾ, ਇਹਦਾ ਮਤਲਬ ਬਾਬੇ ਕੋਲੇ ਕੁਝ ਹੋਊਗਾ। ਇਸ ਚਰਚਾ ਦੇ ਵਿੱਚ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ, ਪਰੰਤੂ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਜਦੋਂ ਵਿਅਕਤੀ ਦੇ ਸਾਰੇ ਹੀਲੇ ਵਸੀਲੇ ਬੰਦ ਹੋ ਜਾਂਦੇ ਆ, ਭਾਵੇਂ ਉਹ ਕਾਰੋਬਾਰ ਦੇ ਪੱਧਰ ਤੇ ਹੋਣ, ਚਾਹੇ ਉਹ ਪਰਿਵਾਰ ਦੇ ਪੱਧਰ ਤੇ ਹੋਣ, ਜਾਂ ਫਿਰ ਮਤਲਬ ਜੋ ਕੁਝ ਤੁਹਾਡੇ ਆਲੇ ਦੁਆਲੇ ਚੱਲ ਰਿਹਾ, ਜਦੋਂ ਤੁਸੀਂ ਫਰਸਟ੍ਰੇਸ਼ਨ ਦੇ ਉੱਚ ਲੈਵਲ ਦੇ ਉੱਤੇ ਚਲੇ ਜਾਂਦੇ ਹੋ, ਤਾਂ ਫਿਰ ਜਿਹੜਾ ਵੀ ਕੋਈ ਤੁਹਾਨੂੰ ਰਾਹ ਨਜ਼ਰ ਆਉਂਦਾ ਜਾਂ ਤੁਹਾਨੂੰ ਕੋਈ ਜਿਹੜਾ ਰਸਤਾ ਦਿਖਾਉਂਦਾ, ਤੁਸੀਂ ਉਧਰ ਨੂੰ ਖਿੱਚੇ ਚਲੇ ਜਾਂਦੇ ਹੋ। ਹਾਂ, ਮੈਂ ਸਿੱਧੇ ਤੌਰ ਦੇ ਉੱਤੇ ਕਹਿ ਸਕਦਾ ਕਿ ਤੁਸੀਂ ਬਾਈ ਇੰਦਰਜੀਤ ਨਿੱਕੂ ਹੋਰਾਂ ਦੀ ਗੱਲ ਕਰ ਰਹੇ ਹੋ। ਉਦੋਂ ਸਾਰੀ ਪੰਜਾਬੀ ਫਿਲਮ ਇੰਡਸਟਰੀ ਨੇ ਕਿਹਾ ਸੀਗਾ ਕਿ ਬਾਈ ਨਿੱਕੂ ਦੇ ਨਾਲ ਖੜਨਾ ਚਾਹੀਦਾ, ਕਿਉਂਕਿ ਉਹ ਬਹੁਤ ਚੰਗੇ ਪੰਜਾਬੀ ਦੇ ਸਿੰਗਰ ਨੇ ਬਿਨਾਂ ਕਿਸੇ ਕੰਟਰੋਵਰਸੀ ਤੋਂ। ਪਰ ਨਿੱਕੂ ਭਾਜੀ ਉੱਥੇ ਗਏ, ਔਰ ਦੇਖੋ ਉਸ ਬਾਬੇ ਨੇ ਨਿੱਕੂ ਜੀ ਹੋਰ, ਉਹਨਾਂ ਨੂੰ ਪਤਾ ਲੱਗ ਗਿਆ ਕਿ ਨਿੱਕੂ ਜੀ ਬਹੁਤ ਵੱਡੇ ਆਰਟਿਸਟ ਰਹੇ ਨੇ ਪੰਜਾਬ ਦੇ ਵਿੱਚ। ਅੱਜ ਔਖਾ ਸਮਾਂ, ਤਾਂ ਬਾਬੇ ਨੇ ਆਪਣੀ ਪ੍ਰਮੋਸ਼ਨ ਦੇ ਲਈ ਉਹਨਾਂ ਦੀ ਵੀਡੀਓ ਬਣਵਾਈ ਤੇ ਉਹਨਾਂ ਦੀ ਵੀਡੀਓ ਵਾਇਰਲ ਕਰਵਾਈ। ਵੀਡੀਓ ਵਾਇਰਲ ਹੋਈ ਤੇ ਨਿੱਕੂ ਭਾਜੀ ਦਾ ਸਾਥ ਕਿਹਨੇ ਦਿੱਤਾ? ਇੰਡਸਟਰੀ ਨੇ ਸਾਥ ਦਿੱਤਾ ਨਾ, ਪੰਜਾਬ ਨੇ ਸਾਥ ਦਿੱਤਾ, ਪੰਜਾਬੀਆਂ ਨੇ ਸਾਥ ਦਿੱਤਾ। ਜ਼ਰੀਆ ਬੇਸ਼ੱਕ ਬਾਬਾ ਬਣ ਗਿਆ, ਪਰ ਨਿੱਕੂ ਭਾਜੀ ਨੂੰ ਇਹ ਵੀ ਹੁਣ ਸਮਝ ਲੈਣਾ ਚਾਹੀਦਾ
ਕਿ ਜੇ ਬਾਬਾ ਉਹਨਾਂ ਦਾ ਜ਼ਰੀਆ ਬਣਿਆ ਤਾਂ ਨਿੱਕੂ ਭਾਜੀ ਵੀ ਬਾਬੇ ਦੇ ਲਈ ਜ਼ਰੀਆ ਬਣ ਗਏ। ਪਤਾ ਨਹੀਂ ਨਿੱਕੂ ਜੀ ਨੂੰ ਦੇਖ ਕੇ ਕਿੰਨੇ ਹੋਰ ਗਾਹਕ, ਮੈਂ ਗਾਹਕ ਹੀ ਕਹਾਂਗਾ, ਪੰਜਾਬੀ ਮਤਲਬ ਪੰਜਾਬੀ ਵੀ ਪਹੁੰਚੇ ਫਿਰ ਬਾਅਦ ਦੇ ਵਿੱਚ, ਪੰਜਾਬੀ ਕਿੰਨੇ ਪਹੁੰਚੇ, ਉੱਥੇ ਪਹੁੰਚੇ ਹੋਣਗੇ। ਪਰ ਇਸੇ ਦੇ ਪੈਰਲਲ ਇੱਕ ਹੋਰ ਘਟਨਾ ਆਈ ਸੀਗੀ, ਜਿੱਦਾਂ ਉਹ ਬਾਬਾ ਮਾਈਂਡ ਰੀਡਿੰਗ ਦਾ ਕੰਮ ਕਰਦਾ, ਐਦਾਂ ਹੀ ਇੱਕ ਲੜਕੀ ਸਾਹਮਣੇ ਆਈ ਸੀ ਗੁਜਰਾਤ ਦੀ, ਤੁਹਾਨੂੰ ਪਤਾ ਹੋਵੇਗਾ, ਬਹੁਤ ਚਰਚਾ ਦੇ ਵਿੱਚ। ਇੱਕ ਸਾਡੇ ਜਿਹੜਾ ਮੋਰਚਾ ਲੱਗਿਆ ਹੋਇਆ ਮੋਹਾਲੀ ਇਨਸਾਫ ਮੋਰਚਾ ਲੱਗਿਆ, ਕੌਮੀ ਇਨਸਾਫ ਮੋਰਚਾ, ਉੱਥੋਂ ਦੀ ਵੀ ਇੱਕ ਸਿੰਘ ਸਾਹਮਣੇ ਆਏ ਸੀਗੇ, ਸ਼ਾਇਦ ਬਗੀਚਾ ਸਿੰਘ ਉਹਨਾਂ ਦਾ ਨਾਮ ਹੈ, ਉਹ ਵੀ ਮਾਈਂਡ ਰੀਡਿੰਗ ਕਰਦੇ ਆ। ਉਹਨਾਂ ਨੇ ਵੀ ਦੱਸਤਾ ਸੀਗਾ ਕਿ ਜਿਹੜੀਆਂ ਗੱਲਾਂ ਬਾਬਾ ਦੱਸਦਾ ਉਹ ਕੋਈ ਅਲੋਕਾਰੀ ਗੱਲ ਨਹੀਂ ਹੈ, ਉਹ ਇੱਕ ਸਾਇੰਸ ਹੈ, ਉਹ ਇੱਕ ਵਿਗਿਆਨ ਹੈ। ਉਸੇ ਵਿਗਿਆਨ ਦੇ ਵਿੱਚੋਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ। ਕਈ ਵਿਗਿਆਨ ਐਸੇ ਹੁੰਦੇ ਨੇ ਹੈਪੀ ਭਗਤਾ ਜੀ ਕਿ ਜਿਹੜੇ ਵਿਗਿਆਨ ਤੁਹਾਡੀ ਭਲਾਈ ਲਈ ਕੰਮ ਆਉਂਦੇ ਨੇ, ਔਰ ਕਈ ਵਿਗਿਆਨਾਂ ਦਾ ਫਾਇਦਾ ਐਸੇ ਲੋਕ ਚੁੱਕ ਲੈਂਦੇ ਨੇ ਕਿ ਉਹ ਤੁਹਾਨੂੰ ਮੂਰਖ ਬਣਾਉਂਦੇ ਨੇ, ਔਰ ਤੁਹਾਡੇ ਤੋਂ ਆਪਣੇ ਕੰਮ ਨੇ ਜਿਹੜੇ ਉਹ ਕਢਵਾ ਲੈਂਦੇ ਨੇ, ਆਪਣੇ ਫਾਇਦੇ ਲੈ ਲੈਂਦੇ ਨੇ। ਮਤਲਬ ਬੜਾ ਕੁਝ ਚੱਲੀ ਜਾ ਰਿਹਾ ਹੈਪੀ ਜੀ, ਜਿਵੇਂ ਤੁਸੀਂ ਆਪ ਹੀ ਕਿਹਾ ਕਿ ਸੌਤਨ ਤੋਂ ਛੁਟਕਾਰਾ, ਕਿਸੇ ਨੂੰ ਬਾਹਰ ਲਿਆਉਣਾ, ਵਿਦੇਸ਼ ਜਾਣਾ, ਇਹ ਬਹੁਤ ਕੁਝ ਚੱਲ ਰਿਹਾ। ਪਰ ਇਹਨਾਂ ਸਾਰਿਆਂ ਦੇ ਦਰਮਿਆਨ ਜਾਗਰੂਕਤਾ ਆਪਾਂ ਨੂੰ ਹੋਣਾ ਪਏਗਾ ਜੀ। ਬਿਲਕੁਲ। ਜਿੱਥੇ ਆਪਾਂ ਪੰਜਾਬ ਦੀ ਜਾਂ ਦੇਸ਼ ਦੀ ਗੱਲ ਕਰਦੇ ਹਾਂ ਪ੍ਰਿੰਸ ਜੀ, ਪੰਜਾਬ ਜਾਂ ਦੇਸ਼, ਇੱਥੇ ਤਾਂ ਹੈ ਹੀ ਆਪਾਂ ਔਖੇ ਬੈਠੇ, ਸਾਡੇ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ, ਮਹਿੰਗਾਈ ਕਰਕੇ ਕੰਮ ਨਹੀਂ ਮਿਲ ਰਿਹਾ। ਪਰ ਜਿਹੜਾ ਇਹ ਪ੍ਰਚਾਰ ਹੈ ਵਿਦੇਸ਼ਾਂ 'ਚ ਜ਼ਿਆਦਾ ਹੋ ਰਿਹਾ ਹੈਗਾ, ਇੱਥੋਂ ਪ੍ਰਚਾਰ ਵਿਦੇਸ਼ਾਂ 'ਚ ਹੋ ਰਿਹਾ। ਜਿੰਨੇ ਵਿਦੇਸ਼ਾਂ 'ਚ ਗਏ ਆ NRI ਵੀਰ, ਉਹ ਵੀ ਇਹਨਾਂ ਦਾ ਸ਼ਿਕਾਰ ਬਣ ਜਾਂਦੇ, ਉੱਥੇ ਬੈਠੇ ਬੈਠੇ ਕਹਿੰਦੇ ਸਾਡੇ ਤੋਂ ਇੱਥੇ ਬੈਠੇ ਉਪਾਅ ਕਰਾ ਲਓ ਜੀ। ਇਹ ਬਿਲਕੁਲ ਹੈਗਾ ਜੀ, ਇਹ ਬਿਲਕੁਲ ਹੈਗਾ। ਇਹ ਤੱਥ ਹੈ ਕਿ ਜਿਹੜੇ ਇਹ ਤਾਂਤਰਿਕ ਨੇ, ਇਹ ਜੋਤਸ਼ੀ ਨੇ, ਦੇਖੋ ਜੋਤਿਸ਼ ਇੱਕ ਵਿਗਿਆਨ ਹੈ, ਪਰ ਆ ਜਿਹੜੇ ਕਰਮ ਕਾਂਡ ਕਰਦੇ ਆ ਤਾਂਤਰਿਕ ਨੇ ਜਿਹੜੇ, ਦੇਖੋ ਕਿਸੇ ਦੀਆਂ ਭਾਵਨਾਵਾਂ ਠੇਸ ਕਰਨ ਦਾ ਮੇਰਾ ਕੋਈ ਮਕਸਦ ਨਹੀਂ, ਪਰੰਤੂ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਇਹ ਜਿਹੜਾ ਤਾਂਤਰਿਕ ਲਖਵਿੰਦਰ ਸਿੰਘ ਫੜਿਆ ਗਿਆ, ਤਾਂ ਫਿਰ ਇਹਨਾਂ ਬੱਚਿਆਂ ਨੂੰ ਜਿਉਂਦੇ ਕਰਕੇ ਵਿਖਾਉਂਦਾ ਨਾ, ਜਾਂ ਇਹਨਾਂ ਬੱਚਿਆਂ ਦੀ ਬੜੀ ਲਏ ਬਿਨਾ, ਇਹਨਾਂ ਬੱਚਿਆਂ ਨੂੰ ਇੰਨੇ ਭਿਆਨਕ ਤਰੀਕੇ ਨਾਲ ਮਾਰੇ ਬਿਨਾ, ਉਸ ਜਿਹੜੀ ਉਹ ਲੇਡੀ ਹੈ ਉਸ ਦੀ ਕੁੱਖ ਆਪਣੇ ਤਾਂਤਰਿਕ ਤਰੀਕੇ ਨਾਲ ਹਰੀ ਕਰਕੇ ਵਿਖਾਉਂਦਾ ਨਾ, ਉਸ ਦੀ ਕੁੱਖ ਨੂੰ ਭਾਗ ਲਾ ਕੇ ਵਿਖਾਉਂਦਾ ਨਾ। ਮਤਲਬ ਮੈਂ ਵਿਗਿਆਨਕ ਤਰੀਕੇ ਨਾਲ ਗੱਲ ਕਰਦਾ, ਜੇ ਉਹਦੇ ਕੋਲੇ ਕੋਈ ਰਿੱਧੀ ਸਿੱਧੀ ਜਾਂ ਸ਼ਕਤੀ ਹੁੰਦੀ। ਵਿਦੇਸ਼ਾਂ ਦੇ ਜਿਹੜੇ NRI ਭਾਈਚਾਰਾ ਹੈ, ਬਿਲਕੁਲ ਉਹਨਾਂ ਦੀਆਂ ਆਪਣੇ ਉੱਥੇ ਬੈਠੀਆਂ ਸਮੱਸਿਆਵਾਂ ਨੇ, ਤੇ ਉਹਨਾਂ ਸਮੱਸਿਆਵਾਂ ਦੇ ਹੱਲ ਉਹ ਫਿਰ ਇੱਥੋਂ ਲੱਭਣ ਦੀ ਕੋਸ਼ਿਸ਼ ਕਰਦੇ ਆ। ਆਪਣੀ ਮਿੱਟੀ, ਆਪਣੇ ਜਨਮ ਭੋਏ ਤੋਂ ਜਦੋਂ ਉਹਨਾਂ ਨੂੰ ਇਦਾਂ ਦੀਆਂ ਨਿਊਜ਼ ਦੇਖਣ ਨੂੰ ਮਿਲਦੀਆਂ ਨੇ, ਇਦਾਂ ਦੇ ਪ੍ਰਚਾਰ ਦੇਖਣ ਨੂੰ ਮਿਲਦੇ ਆ ਕਿ ਭਾਈ ਮੈਂ ਤੁਹਾਡਾ ਇੱਥੇ ਬੈਠੇ ਬੈਠੇ ਫਾਇਦਾ ਕਰ ਦਾਂਗਾ, ਤੇ ਫੋਨ ਕਾਲ ਦੇ ਉੱਤੇ ਹੀ ਅਪਾਹ ਕਰਦੇ ਆ। ਬੜੀਆਂ ਉਦਾਹਰਨਾਂ ਨੇ ਕਿ ਇਹ ਤਾਂਤਰਿਕ ਬਾਬਿਆਂ ਨੇ ਕਿੰਨੇ ਪੈਸੇ ਫੋਨ ਕਾਲਾਂ ਦੇ ਉੱਤੇ ਬਣਵਾ ਲਏ ਜੀ। ਵੱਖ-ਵੱਖ ਇਹਨਾਂ ਦੇ ਅਕਾਊਂਟ ਬਣੇ ਹੋਏ ਆ, ਉਹ ਅਕਾਊਂਟ ਵੀ ਸਿੱਧੇ ਤੌਰ ਦੇ ਉੱਤੇ ਹੈਂਡਲ ਨਹੀਂ ਹੁੰਦੇ ਹੈਗੇ, ਉਹਨਾਂ ਦੇ ਮਤਲਬ ਆਪਰੇਟਿੰਗ ਸਿਸਟਮ ਉਹਨਾਂ ਦੇ ਇੰਨੇ ਐਡਵਾਂਸ ਨੇ ਕਿ ਤੁਸੀਂ ਉਹਨਾਂ ਨੂੰ ਟਰੇਸ ਨਹੀਂ ਕਰ ਸਕਦੇ ਹੈਗੇ। ਮੇਰੇ ਵਰਗੇ NRI ਭਾਈ ਨੇ ਕੋਈ ਦੁੱਖ ਦੱਸਿਆ, ਪਹਿਲਾਂ ਤਾਂ ਅੱਧੇ ਪੌਣੇ ਘੰਟੇ ਦੀ ਗੱਲਬਾਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਪੜ੍ਹ ਲੈਂਦੇ ਆ, ਉਹੀ ਮਾਈਂਡ ਰੀਡਿੰਗ ਕਰ ਲੈਂਦੇ ਆ। ਫਿਰ ਤੁਹਾਡੇ ਅਪਾਹ ਕਰਨ ਦੇ ਜਿਹੜੇ ਉਹ ਸੈਟਅਪ ਨੇ, ਅਪਾਹ ਕਰਨ ਦੇ ਚੱਕਰ ਦੇ ਵਿੱਚ ਤੁਹਾਡੇ ਤੋਂ ਡਾਲਰ, ਪਾਉਂਡ, ਯੂਰੋ ਜਿਹੜੇ ਨੇ ਉਹ ਪਵਾਉਂਦੇ ਆ ਤੇ ਉਦੋਂ ਬਾਅਦ ਮੁੜ ਕੇ ਨਾ ਬਾਬਾ ਜੀ ਲੱਭਦੇ ਆ, ਨਾ ਤੁਹਾਡਾ ਫੋਨ ਬਾਬਾ ਜੀ ਨਾਲ ਸੰਪਰਕ ਹੁੰਦਾ। ਮਤਲਬ ਤੁਹਾਡੇ ਪੈਸੇ ਗਏ। ਯਾਨੀ ਕਿ ਅਸੀਂ ਉਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਜਾ ਕੇ ਵੀ ਇਸ ਚੀਜ਼ ਦੇ ਘੇਰੇ ਦੇ ਵਿੱਚੋਂ ਨਹੀਂ ਨਿਕਲ ਪਾਏ ਕਿ ਜੇਕਰ ਪੰਜਾਬੀ ਹੋ, ਸਿੱਖ ਹੋ, ਤਾਂ ਤੁਹਾਡੇ ਕੋਲੇ ਗੁਰਬਾਣੀ ਤੋਂ ਵੱਡਾ ਓਟ ਆਸਰਾ ਕਿਹੜਾ ਹੋ ਸਕਦਾ ਜੀ। ਬਿਲਕੁਲ, ਜਿਹਦੇ ਵਿੱਚ ਸਾਨੂੰ ਸਾਰੇ ਮਤਲਬ ਜਿਹੜਾ ਸੰਪੂਰਨਤਾ ਦੇ ਨਾਲ ਹਰ ਧਰਮ, ਹਰ ਵਰਗ, ਹਰ ਫਿਰਕੇ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ। ਤੇ ਜੇਕਰ ਤੁਸੀਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਉਹ ਤੁਹਾਡੇ ਧਰਮ ਦੇ ਜਿਹੜੇ ਆਪਣੇ ਗ੍ਰੰਥ ਨੇ, ਤੁਹਾਡੇ ਜਿਹੜੇ ਆਪਣੇ ਅਸਲੀ ਇਸ਼ਟ ਨੇ, ਉਹਨਾਂ ਇਸ਼ਟਾਂ ਤੋਂ ਵੱਡੀ ਤੁਹਾਡੀ ਮਤਲਬ ਪ੍ਰਾਰਥਨਾ ਤੁਹਾਡੀ ਕੌਣ ਸੁਣ ਸਕਦਾ, ਤੁਹਾਡੀ ਅਰਦਾਸ ਕੌਣ ਸੁਣ ਸਕਦਾ, ਤੇ ਤੁਹਾਡਾ ਉਪਾਅ ਕੌਣ ਕਰ ਸਕਦਾ। ਅਸਲ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਅਸੀਂ ਚੰਗੀ ਉੱਚੀ ਸੋਚ ਅਤੇ ਵਿਗਿਆਨਕ ਸੋਚ ਦੇ ਧਾਰਨੀ ਨਹੀਂ ਹੁੰਦੇ, ਆਪਣੇ ਧਾਰਮਿਕ ਅਕੀਦਿਆਂ ਦੇ ਉੱਤੇ ਸਹੀ ਤਰੀਕੇ ਨਾਲ ਨਹੀਂ ਚੱਲਦੇ ਹੈਗੇ, ਉਦੋਂ ਤੱਕ ਇਹ ਜਿਹੜੇ ਲਖਵਿੰਦਰ ਸਿੰਘ ਤਾਂਤਰਿਕ ਜਾਂ ਹੋਰ ਜਿਹੜੇ ਤੁਹਾਨੂੰ ਕਹਿੰਦੇ ਨੇ ਕਿ ਖੂਨ ਕੇ ਆਂਸੂ ਨਹੀਂ ਰੋਣੇ ਦੂੰਗਾ, ਇਹ ਤੁਹਾਡਾ ਫਾਇਦਾ ਚੁੱਕਦੇ ਰਹਿਣਗੇ। ਬਾਅਦ ਦੇ ਵਿੱਚ ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਣ ਨਾਲੋਂ ਚੰਗਾ ਹੈ ਕਿ ਪਹਿਲਾਂ ਸੰਭਲ ਜਾਈਏ, ਪਹਿਲਾਂ ਇਹਨਾਂ ਲੋਕਾਂ ਦੀ ਨੀਅਤ ਨੂੰ ਸਮਝਣਾ ਸ਼ੁਰੂ ਕਰ ਲਈਏ। ਕੁਦਰਤ ਜਿਹੜੀ ਆਪਣੇ ਕੁਦਰਤੀ ਵਰਤਾਰੇ ਨਾਲ ਚੱਲਦੀ ਹੈ, ਵਿਗਿਆਨ ਜਿਹੜਾ ਵਿਗਿਆਨਕ ਤਰੀਕੇ ਨਾਲ ਤੁਹਾਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਣ ਦੀ ਹਿੰਮਤ ਰੱਖਦਾ, ਜੁਰਤ ਰੱਖਦਾ, ਉਸ ਵਿਗਿਆਨ ਨੂੰ ਵੀ ਅਪਣਾ ਲਈਏ, ਆਪਣੇ ਕੁਦਰਤੀ ਵਰਤਾਰਿਆਂ ਨੂੰ ਵੀ ਅਪਣਾ ਲਈਏ, ਆਪਣੇ ਧਾਰਮਿਕ ਅਕੀਦਿਆਂ ਨੂੰ ਵੀ ਅਪਣਾ ਲਈਏ, ਆਪਣੀ ਮਨੁੱਖਤਾ ਤੇ ਆਪਣੀ ਇਨਸਾਨੀਅਤ ਨੂੰ ਵੀ ਅਪਣਾ ਲਈਏ, ਤਾਂ ਫਿਰ ਮੈਨੂੰ ਲੱਗਦਾ ਕਿ ਜ਼ਿੰਦਗੀ ਜਿਉਣੀ ਹੈਪੀ ਜੀ ਸ਼ਾਇਦ ਇੰਨੀ ਮੁਸ਼ਕਿਲ ਨਾ ਹੋਵੇ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਜੀ ਇਸ ਖਬਰ ਦੇ ਉੱਤੇ ਚਰਚਾ ਕਰਨ ਦੇ ਲਈ, ਤੇ ਉਮੀਦ ਹੈ ਕਿ ਸਾਡੇ ਲੋਕ ਚੇਤਨ ਹੋਣਗੇ ਤੇ ਇਸ ਬਾਰੇ ਸੋਚਣਗੇ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ।